जस्ट देख रहे हो तुसीं, मैं KP ਸਿੰਘ टू द पॉइंट में तुहाडा सब का स्वागत करदा। बिक्रम सिंह मजीठिया ये नाम है जिन ते बड़े सालों तो सियासत हो रही है। ड्रग्स केस के मामले में पूरी सियासत है जिहड़ी वो वार वार हमलावर होंदी है, पर यह हमलावर होंदी सियासत हुण तक बिक्रम सिंह मजीठिया विरुद्ध किहड़ी कार्रवाई कर सकी है। सवाल कैप्टन अमरिंदर सिंह की सरकार वाले उठते सीगे ते कहंदे सी फ्रेंडली मैच खेडा जा रहा है। हुण भी कहा जा रहा है कि फ्रेंडली मैच है, इलैक्शन तो पहला FIR दर्ज करके शायद हो सकता है कुछ समय के लिए गिरफ्तारी पा दी जाए तो वोटां बटोर लिया जान कि असी ड्रग्स के मामले में कार्रवाई कर दी है। अकाली दल कहता असी कानूनी नुकते जिथे विचारांगे उत्थे ही उसनूं सियासी बदलाखोरी भी दस्या जा रहा। आम आदमी पार्टी फिर कहती है ये फ्रेंडली मैच है। कैप्टन अमरिंदर सिंह कहते हैं गलत गिरफ्तारी हुई है। बहुत सारे सवाल है कि कानून का ध्यान रखा गया ਜਾਂ 2022 ਦੇ ਦੰਗਲ ਦਾ ਧਿਆਨ ਰੱਖਿਆ ਗਿਆ। ਅਸੀਂ ਬੜਾ ਸਵਾਲ ਹੀ ਪੁੱਛਾਂਗੇ ਕਿ ਇਹ ਇਲੈਕਸ਼ਨ ਸਟੰਟ ਤਾਂ नहीं गलत पर्चा हुआ है। आई एम सेइंग सो टुडे। एक फिक्स्ड मैच के चलते गिरफ्तार किया जाएगा। ਸਾਨੂੰ ਤਾਂ ਇਹਦਾ ਪਤਾ ਹੀ ਸੀ। ਸਾਡੇ ਸਬਰ ਦਾ ਇਮਤਿਹਾਨ ਨਾ ਲਾਓ। ਕਾਨੂੰਨ ਜੋ ਠੀਕ ਸਮਝੇ ਉਹਨੂੰ ਕਰਨਾ ਚਾਹੀਦਾ। ਇਹ FIR ਦੀ ਕਾਪੀ ਹੈ, ਇਹਦੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਖਿਆ ਹੈ, ਫਾਦਰਸ ਨੇਮ ਸਤਿਆਜੀਤ ਸਿੰਘ ਤੇ ਪੂਰਾ ਪਤਾ ਵੀ ਦਿੱਤਾ ਹੋਇਆ ਹੈ। ਇਹੋ ਜਿਹੇ 49 ਪੰਨੇ ਆ ਜਿੰਨੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਪਹਿਲੀ ਵਾਰ ਰਹੀ ਹੈ। ਉਹਨੇ ਪੰਨੇ ਆ ਤੇ ਉਹਨਾਂ ਪੰਨਿਆਂ ਦੇ ਵਿੱਚ ਸਿਆਸਤ ਕਿੰਨੀ ਹੈ ਤੇ ਇਸ ਕੇਸ ਦੀ ਜ਼ਮੀਨੀ ਹਕੀਕਤ ਕਿੰਨੀ ਆ ਉਹ ਅਸੀਂ ਚਰਚਾ ਕਰਾਂਗੇ, ਪਰ ਪਹਿਲਾਂ ਬਿਆਨ ਸੁਣ ਲਈਏ। ਲਾਅ ਨੇ ਆਪਣਾ ਕੰਮ ਕਰਨਾ ਹੈਗਾ। ਮੈਨੂੰ ਲੱਗਦਾ ਕਿ ਲਾਅ ਨੂੰ ਆਪਣਾ ਕੰਮ ਕਰਨਾ ਚਾਹੀਦਾ। ਜੋ ਵੀ ਜੇ ਕੋਈ ਗੱਲ ਜਿਹੜੀ ਜਾਇਜ਼ ਹੈਗੀ ਉਹ ਹੋਣੀ ਚਾਹੀਦੀ ਹੈ। ਪਰ ਅਕਾਲੀ ਦਲ ਇਹ ਕਹਿ ਰਿਹਾ ਕਿ ਮੇਰੇ ਖਿਲਾਫ ਸਿਰਫ ਸਾਜ਼ਿਸ਼ ਰਚੀ ਗਈ, ਉਸਦੇ ਤਹਿਤ ਹੀ ਪਰਚਾ ਦਰਜ ਕੀਤਾ ਗਿਆ। ਕੋਈ ਸਬੂਤਾਂ ਦੇ ਨਹੀਂ, ਚਲੋ ਕਹਿਣ ਦੀ ਗੱਲ ਅਲੱਗ ਹੈਗੀ ਆ, ਬਟ ਇਹਦੇ ਤੇ ਬੇਸਿਕਲੀ ਦੇਖੋ ਬਾਕੀ ਤਾਂ ਹੋਮ ਮਿਨਿਸਟਰ ਸਾਹਿਬ ਨੂੰ ਪਤਾ ਹੋਊਗਾ ਇਹਦੇ ਬਾਰੇ, ਕਿਉਂਕਿ ਅਲਟੀਮੇਟਲੀ ਡਿਪਾਰਟਮੈਂਟ ਉਹਨਾਂ ਦਾ ਹੈਗਾ। ਪਰ ਮੈਨੂੰ ਲੱਗਦਾ ਕਿ ਲਾਅ ਨੂੰ ਆਪਣਾ ਜਿਹੜਾ ਰੂਟ ਲੈਣਾ ਚਾਹੀਦਾ। ਜੇ ਕੋਈ ਕਿੱਡੇ ਵੱਡੇ ਤੋਂ ਵੱਡਾ ਵੀ ਬੰਦਾ ਹੋਵੇ ਉਹਨੂੰ ਬੇਸਿਕਲੀ ਜੇ ਉਹ ਕਿਤੇ ਕਿਸੇ ਚੀਜ਼ ਦਾ ਕਲਪਰੇਟ ਹੈਗਾ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ, ਜੇ ਨਹੀਂ ਹੈਗਾ ਤਾਂ ਫਿਰ ਉਹਨੂੰ ਨਹੀਂ ਮਿਲਣੀ ਚਾਹੀਦੀ। ਜਿਹੜਾ ਤੁਸੀਂ ਇਹ ਕੀਤਾ FIR ਬਿਕੋਜ਼ FIR ਨੂੰ ਕਿਸੇ ਚੀਜ਼ ਤੇ ਬੇਸ ਕਰਨਾ ਚਾਹੀਦਾ। ਇਜ਼ ਦੇयर ਸਮ ਕ੍ਰਿਮੀਨਲ ਐਕਟੀਵਿਟੀ? ਤੁਹਾਡੇ ਕੋਲ ਐਵੀਡੈਂਸ ਹੈ? ਅਗਰ ਐਵੀਡੈਂਸ ਹੈ ਪਰੋ ਐਵੀਡੈਂਸ ਤਾਂ ਤੁਹਾਡੇ ਕੋਲ ਹਾਲੇ ਹਾਈ ਕੋਰਟ 'ਚ ਬੰਦ ਲਿਫਾਫੇ 'ਚ ਪਿਆ। ਹਾਊ ਆਰ ਯੂ ਕਿਸ ਬੇਸਿਸ ਤੇ ਫਿਰ ਉਹਨਾਂ ਨੂੰ ਇਹ ਤਾਂ ਹੁਣ ਧੱਕੇ ਨਾਲ ਤਾਂ ਤੁਸੀਂ ਅਗਰ ਇਹ ਕਰਨਾ ਫਿਰ ਅਗਲੇ ਦਿਨ ਉਹਨੂੰ ਬੇਲ ਮਿਲ ਜਾਣੀ ਹੈ। ਕਿਆ ਤੁਹਾਨੂੰ ਲਾਭ ਹੈ? ਬਸ ਇੰਨਾ ਹੀ ਕਿ ਮੈਂ ਇੱਕ ਦਿਨ ਵਾਸਤੇ ਮਜੀਠਾ ਫੜ ਲਿਆ। ਕਾਨੂੰਨ ਦੇਸ਼ ਦੇ ਵਿੱਚ ਕਾਨੂੰਨ ਹੈ ਜਾਂ ਨਹੀਂ, ਸੰਵਿਧਾਨ ਹੈ ਜਾਂ ਨਹੀਂ? ਅਗਰ ਤੁਸੀਂ ਇਹਨਾਂ ਬਗੈਰ ਗੈਰ ਜ਼ਿੰਮੇਵਾਰੀ ਦੇ ਕੰਮ ਕਰਨੇ ਨੇ ਫਿਰ ਇਹ ਸੁਖਜਿੰਦਰ ਰੰਧਾਵਾ ਤਾਂ ਸਾਰੀ ਦੁਨੀਆ ਜਾਣਦੀ ਹੈ ਗੈਰ ਜ਼ਿੰਮੇਵਾਰੀ ਦੇ ਕੰਮ ਕਰਦਾ ਹੈ। ਪਰ ਜਦੋਂ ਦੀ ਸਰਕਾਰ ਕਾਂਗਰਸ ਦੀ ਆਈ ਹੈ, ਇਹ ਸਰਕਾਰ ਨੇ ਦੋਸ਼ੀਆਂ ਨੂੰ ਫੜਨ ਦੇ ਬਜਾਏ ਇਹਨਾਂ ਨੇ ਸਿਆਸਤ ਕੀਤੀ। ਲਗਾਤਾਰ ਸਿਆਸਤ ਚੱਲਦੀ ਰਹੀ 5 ਸਾਲ। ਕੰਵਰ ਵਿਜੇ ਪ੍ਰਤਾਪ ਵਰਗੇ ਜਿਹੜੇ ਇਹਨਾਂ ਦੇ IG ਸੀ ਉਹਨਾਂ ਨੇ ਦੋਸ਼ੀਆਂ ਮਗਰ ਤੱਕ ਗਏ ਹੀ ਨਹੀਂ। ਇੱਕੋ ਹੀ ਕੰਮ ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀ ਜਥੇਬੰਦੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਹੀ। सारा ही 4 साल 4.5 साल उस कम पे ला देते। ना नशा पंजाब में कम हुआ, ना नशे का व्यापार कम हुआ, और ना ही नशे के सौदागर बड़े बड़े मगरमच्छ को कांग्रेस की सरकार ने पकड़ के जेल में डाला। अब चुनाव को करीब आते देख एक बहुत बड़ा धोखा, एक बहुत बड़ा झूठ पंजाब के लोगों की आंखों में धूल झोंकने के लिए इलेक्शन स्टंट चन्नी सरकार कर रही है। ਇਹ ਬਾਦਲਾਂ ਨੂੰ ਤੇ ਮਜੀਠੇ ਨੂੰ ਫੜ ਕੇ ਅੰਦਰ ਤੇ ਪਹਿਲੇ ਤੱਕ ਕੋਈ ਮੰਨੇ ਨਹੀਂ, ਅਗਲੇ ਦੇ ਬਗੈਰ ਵਜ੍ਹਾ ਨਾਲ ਅਸੀਂ ਕਿਉਂ ਕਿਸੇ ਨੂੰ ਅੰਦਰ ਦੇਈਏ, ਤੇ ਸਾਨੂੰ ਤਾਂ ਮੁਸ਼ਕਲ ਹੈ। ਤੇ ਹੁਣ ਇਹ ਨਵਾਂ ਲਿਆਂਦਾ, ਚਲੋ ਮੈਂ ਕਿਸੇ ਦੀ ਨਹੀਂ ਕਰਦਾ, ਮੈਂ ਤਾਂ ਨਾ ਤੁਸੀਂ ਕਾਹਨੂੰ ਔਖੇ ਨੇ, ਮੈਨੂੰ ਹੀ ਲੈ ਜਾਓ, ਜਿੱਥੇ ਮਰਜ਼ੀ ਲੈ ਚੱਲੋ, ਮੈਂ ਤਾਂ ਤਿਆਰ ਬੈਠਾ। ਤੇ ਇਹ ਇਸ ਤਰ੍ਹਾਂ ਬਦਲਾਖੋਰੀ ਦੀ ਜਿਹੜੀ ਨੀਤੀ ਹੈ, ਇਹ ਕੋਈ ਜਿਹੜੀ ਸਰਕਾਰ ਕਰਦੀ ਹੈ ਉਹਨੂੰ ਖਮਿਆਜ਼ਾ ਭੁਗਤਣਾ। ਸਿਆਸਤ ਦਾ ਦਾਅਵਾ ਹੈ ਕਿ ਇਹ ਸਖਤ ਧਾਰਾਵਾਂ ਲਗਾਈਆਂ ਗਈਆਂ NDPS ਦੇ ਤਹਿਤ 25, 27 ਤੇ 29 ਦਾ ਜ਼ਿਕਰ ਕੀਤਾ ਗਿਆ। ਤੇ बड़ा सवाल असीं इस डिबेट के जो पुछांगे, बड़ा सवाल असीं ये पुछांगे ड्रग्स केस में अकाली आगू बिक्रम सिंह मजीठिया के परचे का भविख की है। ये परचे का भविख पोलीटिकल भी पुछना है तो कानूनी भी पुछना।
ਤੇ ਮਹਿਮਾਨ ਜਿਹੜੇ ਸਾਡੇ ਨਾਲ ਆ ਉਹਨਾਂ ਤੁਹਾਡਾ ਤਾਰਫ ਕਰਾਉਂਦੇ ਆ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਦੇ ਆ। अर्शप्रीत सिंह खडियाल कांग्रेस स्पोक्सपर्सन है। मिस्टर खडियाल वकील भी ने। खडियाल साहब थोड़ा बहुत स्वागत है। प्रभजोत सिंह धालीवाल श्रोमणी अकाली दल के बुलारे है। धालीवाल साहब थोड़ा बहुत स्वागत है। डॉक्टर सनी सिंह आलूवालिया आम आदमी पार्टी के बुलारे है। डॉक्टर आलूवालिया थोड़ा बहुत स्वागत है। हरचंद सिंह बाठ सीनियर एडवोकेट ने पंजाब हरियाणा हाई कोर्ट के। मिस्टर बाठ का तकरीबन 3 दहाकिਆਂ ਤੋਂ ਵੱਧ ਦਾ तजर्बा तो बाठ साहब ने सारी FIR भी पढ़ी है तो FIR तो पिछला इतिहास भी जानते, इस करके उन्होंने सद्या। बाठ साहब थोड़ा बहुत स्वागत। बहुत मेहरबानी। मिस्टर खडियाल, ये कुछ दिनों की सरकार तो कुछ दिनों लिए FIR, बस उस तो बाद फिर वही चलूगा जो पहला चलता है सब कुछ। मिस्टर खडियाल जी देखो, पहली गल तां कहने कि इंसाफ दे घर देर है मगर अंधेर नहीं है, ते आ जिहड़ा स्टेपिंग स्टोन है वो रखा। दूजी गल ये है कि कुछ पॉलिटिशियंस नूं लगदा है कि दे आर अबव द लॉ, when as a matter of fact they're equal as everybody else। ਉਹਨਾਂ ਨੂੰ ਲੱਗਦਾ ਸੀਗਾ ਕੁਝ ਵੀ ਕਰਾਂਗੇ, ਕਿਵੇਂ ਵੀ ਕਰਾਂਗੇ ਤੇ we'll escape scot free। ਲੇਕਿਨ ਪੰਜਾਬ ਪੁਲਿਸ ਨੇ ਮੇਕ ਸ਼ੋਰ ਕੀਤਾ ਹੈ ਕਿ ਜਿਹੜਾ ਪੰਜਾਬ ਦਾ ਬੰਦਾ ਇਨਸਾਫ ਆ ਦਵਾਇਆ ਜਾਵੇ। ਤੀਜੀ ਗੱਲ, FIR is based on evidence and witnesses ਤੇ ਮੈਂ ਦੱਸ ਦੇਣਾ ਚਾਹਣਾ ਕਿ 25 27 A ਤੇ 29 ਸੀਰੀਅਸ ਚਾਰजेस ਹੈ। ਇਹ ਕੋਈ ਆਮ ਚਾਰजेस ਸਿੰਪਲ ਚਾਰजेस ਨਹੀਂ ਹੈਗੇ। ਤੇ ਮਜੀਠੀਆ ਸਾਹਿਬ ਤੁਸੀਂ ਮਿਸਟਰ ਖडियाल ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬੜੇ ਸੀਰੀਅਸ ਚਾਰजेस ਹੈ। मेरा कोई सवाल है फटाफट तो उन्हें जवाब दे दो मिस्टर खडियाल। ये सर मामला कदों का किहड़े साल का है? ਇਹ ਜੀ ਹੈਗਾ ਬਨੂੜ ਦਾ। ਕਿਹੜੇ ਸਾਲ ਦਾ? ਬਿਊਰੋ ਆਫ ਇਨਵੈਸਟੀਗੇਸ਼ਨ ਨੇ ਬੈਕ ਇਨ ਦ ਡੇ ਜਿਹੜਾ ਹੋਇਆ ਸੀਗਾ, ਬਿਊਰੋ has looked into it, they conducted a probe। सर ये 17 साल पुराना मामला है मिस्टर खडियाल। that's irrelevant, जितना मर्जी पुराना होवे। चलो मैं थोड़ा मैं जानना चाह रहा ना सर, मैंने पता नहीं मिस्टर खडियाल, मैं जानना चाह रहा 17 साल पुराना मामला है। उस दे विचाले पहला कांग्रेस सरकार रही है, हुण इस तो पहला कैप्टन अमरिंदर सिंह दी सरकार रही है, हुण मुख मंत्री बदलता तुसीं, उदों कोई कार्रवाई नहीं की गई मिस्टर खडियाल? उनकी वजह देखो, कारण ये ਹੁੰਦਾ ਹੈ ਕਿ ਕਦੇ ਕਦੇ मतलब ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਬੰਦਾ ਇੰਨੀ ਐਫੀਸ਼ੀਐਂਸੀ ਇੰਨੀ ਐਕੂਰੇਸੀ ਨਾਲ ਕੰਮ ਕਰਦਾ ਹੈ। ਜਿਹੜੀ ਹੁਣ ਦੀ ਪ੍ਰੈਜ਼ੈਂਟ ਰਜੀਮ ਹੈ ਉਹ ਮੈਟੀਕੂਲਸ ਹੈ। ਅਸੀਂ ਅੱਛੇ ਜਿਹੜੇ ਪੁਲਿਸ ਆਫੀਸਰਸ ਹੈ ਉਹਨਾਂ ਨੂੰ ਅਹੁਦੇ ਤੇ ਲਾਇਆ ਜਿਹੜੇ ਅੱਛਾ ਕੰਮ ਕਰ ਸਕਣ, ਬੇਖੌਫ ਹੋ ਕੇ ਵਿਦਆਊਟ ਐਨੀ ਪ੍ਰੈਸ਼ਰ ਕੰਮ ਕਰ ਸਕਣ, ਟ੍ਰਾਂਸਪੇਰੈਂਟ ਤੇ ਫੇਅਰ ਪ੍ਰੂਵ ਕਰਨ ਤੇ ਪੰਜਾਬ ਦਾ ਬੰਦਾ ਇਨਸਾਫ ਦਵਾਇਆ ਜਾਵੇ। ਤੇ ਇੱਕ ਹੋਰ ਚੀਜ਼ ਦੱਸ ਦੇਣਾ, ਇਹ ਜਿਹੜਾ ਵਾਰ-ਵਾਰ ਬੁਖਲਾ ਰਹੇ ਹੈ, ਕਹਿ ਰਹੇ ਨੇ ਕਿ ਪੋਲੀਟੀਕਲ ਵੈਂਡੇਟਾ ਹੈ। ਤੁਸੀਂ KPG ਹਿਸਟਰੀ ਚੱਕ ਲਓ, ਜਿੰਨੇ ਪੋਲੀਟੀਕਲ ਲੀਡਰਸ ਦੇ ਖਿਲਾਫ ਕੇਸ ਹੋਇਆ ਹਰੇਕ ਨੇ ਬਿਆਨ ਨਹੀਂ ਦਿੱਤਾ ਪੋਲੀਟੀਕਲ ਵੈਂਡੇਟਾ, ਪੋਲੀਟੀਕਲ ਕੇਸ ਹੈ। ਪੋਲੀਟੀਕਲ ਕੇਸ ਹੁੰਦਾ FIR is based on facts, evidence। चलो मैं वापस आ जाऊंगा मिस्टर खडियाल, वापस आ जाऊंगा ਤੁਹਾਡੇ ਕੋਲ। they should have faith in the judiciary, चलो they should have faith in the judiciary। चलो मैं वापस आ जाऊंगा। मिस्टर धालीवाल, ਤੁਸੀਂ ਸਿਆਸੀ ਬਦਲਾਖੋਰੀ ਤਾਂ ਕਹਿ ਰਹੇ ਹੋ ਇਸ ਕੇਸ ਨੂੰ, ਜੇ ਤੁਸੀਂ ਸੱਚੇ ਹੋ ਫਿਰ ਡਰਦੇ ਕਿਉਂ ਪਏ ਹੋ? ਕਰੋ ਦੋ ਨਾ ਕਾਨੂੰਨ ਨੂੰ ਆਪਦਾ ਕੰਮ, ਦੇਖੀ ਜਾਊਗੀ ਜੋ ਹੋਊਗਾ। ਸਰ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਇਸ ਗੱਲ ਨੂੰ ਕੋਆਪਰੇਟ ਕਰ ਰਹੇ ਹਾਂ। ਜਿੰਨੀਆਂ ਵੀ ਸਿੱਟਾਂ ਸਾਡੇ ਖਿਲਾਫ ਬਣੀਆਂ ਜਾਂ ਜਿੱਥੇ ਵੀ ਸਾਨੂੰ ਬੁਲਾਇਆ ਗਿਆ, ਹਰੇਕ ਥਾਂ ਦੇ ਉੱਤੇ ਪੇਸ਼ ਹੋਇਆ, ਹਰੇਕ ਥਾਂ ਤੇ ਕੋਆਪਰੇਟ ਕਰਨ ਦੀ ਕੋਸ਼ਿਸ਼ ਕੀਤੀ ਆ। ਪਰ ਨਾਲ ਦੀ ਨਾਲ ਅਸੀਂ ਇਹ ਗੱਲ ਵੀ ਦੱਸਦੇ ਰਹੇ ਹਾਂ, ਸਾਡੇ ਦੱਸਣ ਦੀ ਗੱਲ ਤੁਸੀਂ ਛੱਡ ਦਿਓ। ਹੁਣ ਤਾਂ ਅਸਥਾਨਾ ਸਾਹਿਬ ਦੀ ਚਿੱਠੀ ਬਹੁਤ ਕੁਝ ਕਹਿ ਚੁੱਕੀ ਆ, 4 IG ਚੇਂਜ ਹੋ ਗਏ। ਤੁਸੀਂ ਆਪ ਹੀ ਦੱਸਿਆ ਵੀ 1/1/2004 ਦਾ ਇਹ ਇਨਸੀਡੈਂਟ ਦੱਸ ਰਹੇ ਆ ਤੇ ਉਦੋਂ ਇਹਨਾਂ ਦੀ ਸਰਕਾਰ ਵੀ ਰਹੀ ਆ। ਅੱਜ ਇੰਨੇ ਸਾਲ ਬੀਤ ਜਾਣ ਤੋਂ ਬਾਅਦ 10 ਦਿਨ ਜਦੋਂ ਇਹਨਾਂ ਦੇ ਰਹਿ ਗਏ ਚੋਣ ਜਾਬਤਾ ਦੇ, ਤੁਹਾਨੂੰ ਵੀ ਪਤਾ ਵੀ ਅਫਸਰ ਵੀ ਬਾਹਾਂ ਛੜਾ ਭਜਦੇ ਸੀ ਵੀ ਸਾਡੇ ਤੋਂ ਇਹ ਨਹੀਂ ਹੋਣਾ, ਪਰ ਅਫਸਰਾਂ ਦੇ ਵੀ ਧੌਣ ਤੇ ਗੋਡਾ ਰੱਖ ਕੇ ਜਾਂ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਨੁਕਸਾਨ ਜਾਂ ਮਿਸਟਰ ਧਾਲੀਵਾਲ ਮੈਂ ਤੁਹਾਡੇ ਜਵਾਬ ਦਾ ਨਿਤਾਰਾ ਕਰ ਦਿੰਦਾ। ਤੁਸੀਂ ਜਦੋਂ ਕਹਿੰਦੇ ਹੋ ਕੁੰਵਰ ਵਿਜੇ ਪ੍ਰਤਾਪ ਵਾਲੀ SIT ਤੁਹਾਡਾ ਕੁਝ ਨਹੀਂ ਵਿਗਾੜ ਸਕੀ, ਫਿਰ ਇੱਥੇ ਵੀ ਐਂ ਕਰ ਲਓ ਨਾ। ਅਦਾਲਤ ਆਪੇ ਲਿਖੂਗੀ, ਸਖਤ ਟਿੱਪਣੀਆਂ ਕਰੂਗੀ, ਇਹਨਾਂ ਨੂੰ ਪਤਾ ਲੱਗ ਜੂਗਾ ਜੇ ਇਹਨਾਂ ਨੇ ਸਿਆਸੀ ਬਦਲਾਖੋਰੀ ਕਰਦੇ ਪਏ ਆ ਤਾਂ। ਅਸੀਂ ਜੋ ਵੀ ਸਾਡਾ ਲੀਗਲ ਰਾਈਟਸ ਬਣਦਾ ਵਾ ਉਹ ਅਸੀਂ ਅਖਤਿਆਰ ਕਰਾਂਗੇ। ਸਾਡੇ ਉੱਤੇ ਜੋ ਵੀ ਇਹਨਾਂ ਨੇ ਜੋ ਵੀ ਲਾਇਆ ਸਾਡੇ ਕੋਲ ਬਲੇਮ, ਅਸੀਂ ਅਦਾਲਤ 'ਚ ਵੀ ਜਾਵਾਂਗੇ, ਹਰੇਕ ਤਰੀਕੇ ਦੀ ਲੜਾਈ ਅਸੀਂ ਲੜਾਂਗੇ, ਤਿਆਰ ਆ। ਪਰ ਜੋ ਹੋਇਆ ਇਹ ਸਾਰੀ ਦੁਨੀਆ ਨੂੰ ਵੀ ਪਤਾ ਵਾ, ਤੁਹਾਨੂੰ ਵੀ ਪਤਾ, ਕੋਰਟ ਦੇ ਵਿੱਚ ਕੋਈ ਵੀ ਅੱਜ ਤੱਕ ਪ੍ਰੂਫ ਨਹੀਂ ਹੋਇਆ। ਧਾਲੀਵਾਲ ਸਾਹਿਬ ਇੱਕ ਜ਼ਿੰਮੇਵਾਰ ਨਾਗਰਿਕ ਹੋ ਤੁਸੀਂ ਦੇਸ਼ ਦੇ, ਕੀ ਤੁਹਾਡੇ ਲੀਡਰ ਨੂੰ ਕਾਨੂੰਨ ਦੇ ਸਾਹਮਣੇ ਖੁਦ ਨਹੀਂ ਪੇਸ਼ ਹੋ ਜਾਣਾ ਚਾਹੀਦਾ ਸੀ ਜਾਂ ਨਹੀਂ? ਧਾਲੀਵਾਲ ਸਾਹਿਬ ਬਿਲਕੁਲ ਜੀ, ਸਾਡਾ ਜਦੋਂ ਸਾਡੇ ਤੇ ਕੋਈ ਵੀ ਪਰਚਾ FIR ਦਰਜ ਹੁੰਦੀ ਆ, ਹਰੇਕ ਜ਼ਿੰਮੇਵਾਰ ਨਾਗਰਿਕ ਦਾ ਅਖਤਿਆਰ ਆ ਵੀ ਜਦੋਂ ਪੁਲਿਸ ਤੇ ਕਾਨੂੰਨ, ਪੁਲਿਸ ਦੇ ਵੱਲੋਂ ਇਨਸਾਫ ਦੀ ਕੋਈ ਉਮੀਦ ਨਾ ਹੋਵੇ ਤਾਂ ਕੋਰਟ ਇੱਕ ਰਾਹ ਬਚ ਜਾਂਦਾ। ਉਹ ਰਾਹ ਅਖਤਿਆਰ ਕਰਨਾ ਹਰੇਕ ਇੱਕ ਜ਼ਿੰਮੇਵਾਰ ਨਾਗਰਿਕ, ਕੋਈ ਵੀ ਨਾਗਰਿਕ ਉਹਦਾ ਹੱਕ ਆ, ਉਹ ਅਸੀਂ ਹੱਕ ਆਪਦਾ ਵਰਤਾਂਗੇ ਜੀ। ਜੇ ਸਾਨੂੰ ਨਹੀਂ ਕੋਈ ਉੱਥੋਂ ਫਾਇਦਾ ਮਿਲੂਗਾ ਤਾਂ ਜ਼ਰੂਰ ਪੇਸ਼ ਹੋ ਜਾਵਾਂਗੇ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲਊਂਗਾ, ਵਕਫੇ ਤੋਂ ਵਾਪਸ ਆਊਂਗਾ। ड्रग्स केस बहुत बड़ा मामला है क्या?
ਕਿ ਇਸ ਮਾਮਲੇ ਦੇ ਵਿੱਚ ਜਗਦੀਸ਼ ਭੋਲੇਵਾਲਾ ਕੇਸ ਵੀ ਹੈਗਾ ਜਾਂ ਉਹ ਇੱਕ ਵੱਖਰਾ ਮਾਮਲਾ ਹੈਗਾ, ਉਹ ਵਕੀਲ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਕੈਨੇਡੀਅਨ ਜਿਹੜਾ ਲਿੰਕ ਹੈਗਾ ਉਹਦਾ ਕੀ ਬੇਸ ਹੈਗਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜੇ ਟੈਕਨੀਕਲੀ ਸਮਝੋਗੇ ਤਾਂ ਬਹੁਤ ਕੁਝ ਮਿਲੂਗਾ, ਜੇ ਪੋਲੀਟੀਕਲੀ ਸਮਝੋਗੇ ਫਿਰ ਕੁਝ नहीं मिलूगा। वापस आ रहा गलत पर्चा होया, आई एम सेइंग सो टुडे। एक फिक्स्ड मैच के चलते गिरफ्तार किया जाएगा। ਸਾਨੂੰ ਤਾਂ ਇਹਦਾ ਪਤਾ ਹੀ ਸੀ। साडे सबर दा इम्तिहान ना लाओ। ਕਾਨੂੰਨ ਜੋ ਠੀਕ ਸਮਝੇ ਉਹਨੂੰ ਕਰਨਾ ਚਾਹੀਦਾ। ਡਰੱਗਸ ਕੇਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਪਰਚੇ ਦਾ ਭੁੱਖ ਕੀ ਹੈ? ਮਿਸਟਰ ਆਹਲੂਵਾਲੀਆ, ਜੇ ਕਾਰਵਾਈ ਨਹੀਂ ਕਰਦੇ ਤਾਂ ਤੁਸੀਂ ਸਰਕਾਰ ਨੂੰ ਭੰਡਦੇ ਹੋ, ਜੇ ਕਾਰਵਾਈ ਕਰਤੀ ਤਾਂ ਤੁਸੀਂ ਭੰਡਦੇ ਹੋ। ਸਰ ਕਿਸੇ ਪਾਸੇ ਦਾ ਜਿਉਣ ਦਵੋਗੇ ਕਿ ਨਹੀਂ ਆਹਲੂਵਾਲੀਆ ਸਾਹਿਬ? ਜਾਂ ਤੁਸੀਂ ਇਹ ਕਹੋਗੇ 8 ਤਰੀਕ ਨੂੰ ਅਸੀਂ ਕਹਿਤਾ ਸੀਗਾ ਇਹ ਹੋਣਾ ਹੈ? ਆਹਲੂਵਾਲੀਆ ਸਾਹਿਬ ਤੁਸੀਂ ਜੋਸ਼ੀ ਹੋ, ਬੋਲੋ ਆਹਲੂਵਾਲੀਆ ਸਾਹਿਬ। ਦੇਖੋ ਇਦਾਂ ਹੈ, ਪਹਿਲੀ ਗੱਲ ਤੇ ਕਾਂਗਰਸ ਦੇ ਸਾਡੇ ਖੁਦ ਹੀ ਕਹਿ ਰਹੇ ਨੇ ਕਿ ਜਸਟਿਸ ਡਿਲੇਡ ਵੀ ਆਪਾਂ ਡਿਲੇ ਇੰਨੀ ਕਰਤੀ, ਇਹ ਖੁਦ ਹੀ ਮੰਨਦੇ ਹੈ। 2004 ਦੇ ਅੰਦਰ ਜਦ ਕੇਸ ਹੋਇਆ ਤਦ ਵੀ ਸਰਕਾਰ ਇਹਨਾਂ ਦੀ ਸੀ, ਹੁਣ ਵੀ ਸਰਕਾਰ ਇਹਨਾਂ ਦੀ ਹੈ। ਇੰਨੇ ਸਾਲ ਸੁੱਤੇ ਰਹੇ। ਚਲੋ ਆਪਾਂ ਇੱਕ ਗੱਲ ਦੇ ਇਹ ਕਰਦੇ ਹਾਂ ਕਿ ਚਾਹੇ ਸੁੱਤੇ ਹੋਏ ਇਹਨਾਂ ਨੇ ਮੰਨ ਲਿਆ, ਅਸੀਂ ਸੁੱਤੇ ਰਹੇ, 4.5 ਸਾਲ ਕੈਪਟਨ ਸਾਹਿਬ ਸੁੱਤੇ ਰਹੇ, 80 ਦਿਨ ਇਹ ਵੀ ਸੁੱਤੇ ਰਹੇ ਜਿਹੜੇ ਹੁਣ ਚੰਨੀ ਸਾਹਿਬ ਨੂੰ ਲਾਇਆ ਇਹਨਾਂ ਨੇ। ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਅਰੈਸਟ ਕਰ ਲਿਆ ਔਰ ਇਹੋ ਜਿਹਾ ਡਰਾਮਾ ਕੀਤਾ ਜਦ ਇਹਨਾਂ ਦੀ ਸਰਕਾਰ ਨੂੰ 10 ਦਿਨ ਵੀ ਨਹੀਂ ਰਹਿ ਗਏ, ਤਦ ਜਾ ਕੇ ਇਹ ਡਰਾਮਾ ਕਿਉਂ ਕੀਤਾ ਵੀ ਪਹਿਲਾਂ ਕਰ ਲੈਂਦੇ। ਤੇ ਇਹ ਚਲੋ ਇਹ ਮੰਨ ਚੁੱਕੇ, ਇਸ ਲਈ ਆਪਾਂ ਇਹਦੇ ਉੱਤੇ ਹੋਰ ਡਿਸਕਸ਼ਨ ਨਹੀਂ ਕਰਦੇ। ਜਦ ਕਾਂਗਰਸ ਨੇ ਮੰਨ ਨਹੀਂ ਲਿਆ ਵੀ ਸਾਡੇ ਕੋਲ ਗਵਰਨੈਂਸ ਹੈ ਹੀ ਨਹੀਂ, ਅਸੀਂ ਇਸ ਲਈ ਡਿਲੇ ਹੀ ਕੰਮ ਕਰਦੇ ਹਾਂ, ਇਹ ਮੰਨ ਗਏ, ਇਸ ਲਈ ਇਹਦੇ ਉੱਤੇ ਡਿਸਕਸ਼ਨ ਨਹੀਂ ਕਰਦੇ। ਮਜੀਠੀਆ ਸਾਹਿਬ ਇੰਨੀ ਵੱਡੀ ਕੰਮ ਕਰਕੇ ਹੁਣ ਫੜੇ ਗਏ, ਹੁਣ ਇਹ ਕਹਿ ਰਹੇ ਏਦਾਂ ਹੋ ਗਿਆ ਉੱਦਾਂ ਹੋ ਗਿਆ। ਸਵਾਦ ਤਦ ਹੈ, ਪਤਾ ਤਦ ਲੱਗੂਗਾ ਲੋਕਾਂ ਨੂੰ ਜੇ ਇਹਨਾਂ ਨੂੰ ਫੜ ਕੇ ਰੱਖਣਗੇ। ਜੇ ਕੱਲ ਫਿਰ ਤੋਂ ਜਿਵੇਂ ਇਹਨਾਂ ਦੇ ਰਾਜਾ ਸਾਹਿਬ ਸੀਗੇ ਮਨਿੰਦਰ ਜੀ ਆਪਣਾ ਜਿਨ੍ਹਾਂ ਨੇ ਫੜਿਆ ਸੀਗਾ ਇਹਨਾਂ ਨੂੰ ਬੱਸਾਂ ਨੂੰ, ਉਹਨਾਂ ਨੂੰ ਵੀ ਅਗਲੇ ਦਿਨ ਸੁਪਰੀਮ ਕੋਰਟ ਹਾਈ ਕੋਰਟ ਤੋਂ ਰਿਲੀਫ ਮਿਲ ਗਿਆ, ਉਹ ਵੀ ਛੱਡ ਕੇ ਚਲੇ ਗਏ। ਏਦਾਂ ਦੀ ਗੱਲਾਂ ਜਿਹੜੀਆਂ ਕਾਂਗਰਸ ਵਾਲੇ ਕਰਦੇ। ਤੇ ਫਿਕਸਡ ਮੈਚ ਅਸੀਂ ਅੱਜ ਵੀ ਕਹਿੰਦੇ ਹਾਂ, ਫਿਕਸਡ ਮੈਚ ਹੈ, ਇਹਨਾਂ ਦੀ ਸੈਟਿੰਗ ਹੋਈ ਹੈ ਪਹਿਲਾਂ ਔਰ ਇਹਨਾਂ ਨੇ ਅਰੈਸਟ ਕਰਨਾ ਹੈ, 2 ਦਿਨਾਂ 'ਚ ਛੱਡ ਦੇਣਾ, ਛੁੱਟੀ ਹੋ ਜਾਣੀ, ਹੋਰ ਕੁਝ ਹੋਣਾ ਨਹੀਂ ਇਸ 'ਚ। ਚਲੋ ਮਜੀਠੀਆ ਤੋਂ ਮਾਫੀ ਵਾਲਾ ਸਵਾਲ ਮੈਂ ਤੁਹਾਡੇ ਤੋਂ ਕਰਾਂ ਜਾਂ ਨਾ ਕਰਾਂ ਮਿਸਟਰ ਆਹਲੂਵਾਲੀਆ? ਦੇਖੋ ਏਦਾਂ ਹੈ, ਜੇ ਤੁਸੀਂ ਸਵਾਲ ਹੀ ਨਹੀਂ ਕਰੋਗੇ ਪੱਤਰਕਾਰ ਕਰਦੇ ਹੋ ਤੁਸੀਂ, ਤੁਹਾਡਾ ਸਵਾਲ ਕਰਨਾ ਤਾਂ ਬੜਾ ਜ਼ਰੂਰੀ ਹੈ। ਬੜਾ ਵਧੀਆ ਕੀਤਾ ਤੁਸੀਂ, ਬੜਾ ਵਧੀਆ ਕੀਤਾ ਤੁਸੀਂ, ਮੇਰੇ ਤੇ ਵੀ ਸਵਾਲ ਚੁੱਕਤਾ, ਮੈਨੂੰ ਚੰਗਾ ਲੱਗਿਆ, ਮੈਨੂੰ ਸਵਾਲ ਪਸੰਦ ਹੈ ਮਿਸਟਰ ਆਹਲੂਵਾਲੀਆ। ਇਹ ਮਜੀਠੀਆ ਤੋਂ ਮਾਫੀ ਮੰਗਣ ਵਾਲਾ ਸਵਾਲ ਇਸ ਡਿਬੇਟ ਦੇ ਵਿੱਚ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ? ਇਹਨਾਂ ਬਾਕੀਆਂ ਨੇ ਪੁੱਛ ਲੈਣਾ, ਮੈਂ ਨਾ ਪੁੱਛਿਆ ਤਾਂ ਆਹਲੂਵਾਲੀਆ ਸਾਹਿਬ। ਨਹੀਂ ਏਦਾਂ ਹੈ, ਜੇ ਮੁੱਖ ਮੰਤਰੀ ਦਿੱਲੀ ਦੇ ਉੱਤੇ ਤੁਸੀਂ ਚਾਰੋਂ ਪਾਸੇ ਇੰਨੇ ਕੇਸ ਖੋਲ ਦਿਓਗੇ, ਉਹ ਆਪਣਾ ਕੰਮ ਕਰੂਗਾ ਕਿ ਤੁਹਾਡੇ ਕੇਸ ਦੀਆਂ ਭੁਗਤੀਆਂ ਕਰਦਾ ਰਹੂਗਾ। ਜੇ ਉਹਨਾਂ ਨੇ ਉਹ ਕਰ ਲਿਆ, ਇਸ 'ਚ ਕੀ ਡਿਨਾਈ ਕਰਨ 'ਚ ਕੀ ਪ੍ਰੋਬਲਮ? ਬਿਕਰਮ ਮਜੀਠੀਆ ਨੇ ਵੀ ਕੰਮ ਕਰਨੇ, ਉਹਨਾਂ ਤੇ ਕੇਸ ਕਿਉਂ ਖੁਲਵਾ ਰਹੇ ਹੋ ਤੁਸੀਂ? ਉਹਨੇ ਵੀ ਕੰਮ ਕਰਨੇ, ਕੰਮ ਕਰਨ ਦਿਓ ਨਾ। ਹਲਕੇ ਦੇ ਲੋਕ ਕਹਿ ਰਹੇ ਆ ਸਾਡਾ ਲੀਡਰ ਤੁਸੀਂ ਅੰਦਰ ਪਾ ਦੋਗੇ, ਕਿਉਂ? ਕੰਮ ਕਰਨ ਦਿਓ ਉਹਨਾਂ ਨੂੰ ਵੀ। ਫਿਰ ਜਿਹੜਾ ਬੰਦਾ ਕ੍ਰਾਈਮ ਕਰੂਗਾ ਉਹਨੂੰ ਤਾਂ ਅੰਦਰ ਪਾਣਾ ਪਊਗਾ ਨਾ। ਹੁਣ ਤੁਸੀਂ ਕਹਿ ਰਹੇ ਹੋ ਕ੍ਰਾਈਮ, ਹੁਣ ਤੁਸੀਂ ਕਹਿ ਰਹੇ ਹੋ ਕ੍ਰਾਈਮ ਕੀਤਾ, ਪਹਿਲਾਂ ਤੁਸੀਂ ਕਹਿ ਰਹੇ ਫ੍ਰੈਂਡਲੀ ਮੈਚ ਹੈ। ਆਪਾਂ ਬਾਕੀ ਦਾ ਡਿਬੇਟ ਬਾਅਦ 'ਚ ਕਰਦੇ ਹਾਂ। ਕੇਜਰੀਵਾਲ ਸਾਹਿਬ ਨੇ ਕਿਹੜਾ ਕ੍ਰਾਈਮ ਕੀਤਾ ਦੱਸੋ ਤੁਸੀਂ? ਇੱਕ ਵੀ ਕ੍ਰਾਈਮ ਦੱਸੋ ਕੇਜਰੀਵਾਲ ਸਾਹਿਬ ਨੇ ਕੀਤਾ ਹੋਇਆ? ਕੇਜਰੀਵਾਲ ਸਾਹਿਬ ਤਾਂ ਸੱਚ ਦੀ ਆਵਾਜ਼ ਚੱਕਦੇ ਆ ਤਾਂ ਕਿ ਇਹ ਝੂਠੀਆਂ ਪਾਰਟੀਆਂ ਜਿਹੜੀਆਂ ਇੰਨੇ ਸਾਲਾਂ ਤੋਂ ਚੱਲ ਰਹੀਆਂ ਇਹਨਾਂ ਨੂੰ ਅੰਦਰ ਕਰੀਏ। ਆਹਲੂਵਾਲੀਆ ਜੀ, ਤੁਹਾਡੀ ਪਾਰਟੀ ਹਮੇਸ਼ਾ ਇੱਕ ਲਾਈਨ ਤੇ ਜਵਾਬ ਦਿੰਦੀ ਹੈ ਕਿ ਇਹ ਸਭ ਮਿਲੇ ਹੋਏ ਆ ਜੀ। ਸਰ ਕਿਤੇ ਤਾਂ ਕਹਿ ਦਿਓ ਨਾ ਵੀ ਹਾਂ ਕੋਈ ਕਾਰਵਾਈ ਹੋ ਰਹੀ ਹੈ, ਕੋਈ ਐਕਸ਼ਨ ਹੋ ਰਿਹਾ ਕਿ ਨਹੀਂ, ਜਾਂ ਪੋਲਿਟਿਕਸ ਕਰਨੀ ਹੈ? ਇਸ 'ਚ ਤੁਹਾਨੂੰ ਡਾਊਟ ਹੈ ਕਿ ਏਪੀਜੀ ਵੀ ਨਹੀਂ ਮਿਲੇ ਹੋਏ? ਇੱਕ ਵਾਰੀ ਦੱਸੋ ਵੀ ਤੁਹਾਨੂੰ ਡਾਊਟ ਹੈ? 4.5 ਸਾਲ ਕੈਪਟਨ ਸਾਹਿਬ ਇਹਨਾਂ ਨਾਲ ਮਿਲੇ ਨਹੀਂ ਹੋਏ ਸੀ, ਤੁਸੀਂ ਕਹਿੰਦੇ ਹੋ ਵੀ ਨਹੀਂ ਮਿਲੇ ਹੋਏ। ਬਿਲਕੁਲ ਮਿਲੇ ਹੋਏ ਨੇ, 100% ਮਿਲੇ ਹੋਏ ਨੇ। ਇਹ ਆਪੇ ਕਹਿੰਦੇ ਕਿ ਡਿਲੇ ਕੀਤਾ। ਚਲੋ ਮੈਂ ਵਾਪਸ ਆ ਜਾਊਂਗਾ, ਆਹਲੂਵਾਲੀਆ ਸਾਹਿਬ ਵਾਪਸ ਆ ਜਾਊਂਗਾ, ਆਹਲੂਵਾਲੀਆ ਸਾਹਿਬ ਕਿਵੇਂ ਕੰਮ ਕਰਦੇ ਨੇ। ਚਲੋ ਆਹਲੂਵਾਲੀਆ ਸਾਹਿਬ ਵਾਪਸ ਆ ਜਾਊਂਗਾ। ਮਿਸਟਰ ਬਾਟ, ਇਹ ਜ਼ਮੀਨ ਤੇ ਇਸ FIR ਦਾ ਕੋਈ ਆਧਾਰ ਹੈਗਾ? ਜਿਸ ਤਰੀਕੇ ਨਾਲ ਮਿਸਟਰ ਖੜਿਆਲ ਕਹਿ ਰਹੇ ਆ ਬਹੁਤ ਸਖਤ ਧਾਰਾਵਾਂ ਹੈ, ਤੇ ਜ਼ਮੀਨ ਤੇ ਤੁਹਾਨੂੰ ਲੱਗਦਾ ਕਿ ਇਹ ਕੇਸ ਖੜੂਗਾ? KP ਸਿੰਘ ਜੀ, ਜਿਹੜੀ ਵੀ ਮੈਂ ਗੱਲ ਕਰਾਂਗਾ ਉਹ ਸਿਰਫ ਜੋ ਕਾਨੂੰਨੀ ਆਧਾਰ ਆ ਉਹਦਾ, ਜਾਂ ਉਹਦੇ ਵਿੱਚ ਜੋ ਪੇਚੀਦਗੀਆਂ ਨੇ, ਜੋ ਉਹਦੇ ਵਿੱਚ ਇਫਟਸ ਐਂਡ ਬਟਸ ਨੇ, ਜੋ ਫੈਕਟਸ ਨੇ, ਔਰ ਜੋ ਉਹਦੇ ਪੋਸੀਬਲ ਕਨਸੀਕੁਐਂਸਸ। ਬਾਕੀ ਜਿਹੜੀ ਪੋਲਿਟਿਕਸ ਦੇ ਉੱਤੇ ਉਹ ਸਾਡੇ ਦੋਸਤ ਜਿਹੜੇ ਆ ਉਹਦੇ ਤੇ ਕਰ ਰਹੇ ਨੇ। ਜੇ ਤੁਸੀਂ ਇਹਦੇ FIR ਦੇ ਪਹਿਲੇ ਸਫੇ ਤੇ ਜਾਓਗੇ, ਪਹਿਲਾ ਸਫਾ ਜਿਹੜਾ ਵੇਖੋਗੇ, ਉਹਦੇ ਵਿੱਚ ਹੈਗਾ ਇੱਕ ਵਰਲਡ ਤੇਰਾ 3A ਕਾਲਮ ਹੈ, ਉਹਦੇ ਥੱਲੇ ਹੈਗਾ ਵਾ ਅਕਰੈਂਸ ਆਫ ਅਫੈਂਸ, ਉਹਦੇ ਥੱਲੇ ਹੈਗਾ ਵਾ 31/12/14 ਤੇ FIR ਜਿਹੜੀ ਆ ਉਹ ਹੋਈ ਹੈ 20/12/21। ਦੇਰ ਆਰ 7 days ਡਿਲੇ। ਜਦੋਂ ਵੀ ਜਿਹੜਾ ਵਾ ਮੇਰੇ ਫਰੈਂਡ ਜਿਹੜੇ ਵਕੀਲ ਹੈਗੇ ਨੇ, ਜਦੋਂ ਵੀ ਕ੍ਰਿਮੀਨਲ ਜੂਰਿਸਪ੍ਰੂਡੈਂਸ ਦਾ ਸਭ ਤੋਂ ਜਿਹੜਾ ਗੋਲਡਨ ਅਸੂਲ ਹੈ ਜਾਂ ਉਹਦੇ ਪ੍ਰਿੰਸੀਪਲ ਹੈ, ਉਹ ਹੈ ਕਿ ਡਿਲੇ ਇਜ਼ ਵੈਰੀ ਫੈਟਲ ਟੂ ਦੀ ਆਊਟਕਮ ਆਫ ਦੀ ਕੇਸ।
ਇਸ ਕੇਸ ਦੇ ਵਿੱਚ 7 ਸਾਲ ਦੀ ਜਿਹੜੀ ਡਿਲੇ ਹੈ, ਜਿਹੜੀ ਇਹਨਾਂ ਨੇ ਖੁਦ ਮੰਨੀ ਆ, ਮੈਂ ਉਹੀ ਕਹਿ ਰਿਹਾ ਜੋ ਇਹਨਾਂ ਨੇ ਲਿਖਿਆ ਹੋਇਆ, ਮੈਂ ਉਸ ਤੋਂ ਜਿਹੜਾ ਬਾਹਰ ਹੈ ਉਹ ਨਹੀਂ ਜਾ ਰਿਹਾ। ਇਹ ਜਿਹੜੀ ਡਿਲੇ ਹੈ 7 ਸਾਲ ਦੀ, ਇਸ ਨੂੰ ਤੁਸੀਂ ਕਿਵੇਂ ਐਕਸਪਲੇਨ ਜਿਹੜਾ ਕੱਲ ਨੂੰ ਕੋਰਟ ਦੇ ਵਿੱਚ ਜਾਓਗੇ? ਦੇਖੋ, ਪੁਲਿਸ ਕੋਲੇ ਵਾਈਡ ਪਾਵਰਸ ਨੇ, ਅਸੀਂ ਸਾਰੇ ਜਾਣਦੇ ਹਾਂ। ਉਹ ਜਿਹੜਾ ਮਰਜ਼ੀ ਜਿਹੜਾ ਸਖਤ ਤੋਂ ਸਖਤ ਜਿਹੜੀ ਧਾਰਾ ਵੀ ਲਾ ਦੇਣ, ਸਖਤ ਤੋਂ ਸਖਤ ਆਫੈਂਸ ਬਣਾ ਦੇਣ, ਜੁਰਮ ਬਣਾ ਦੇਣ, ਇਹ ਉਹਨਾਂ ਕੋਲ ਪਾਵਰ ਹੁੰਦੀ। ਪਰ ਸਵਾਲ ਕ੍ਰਿਮੀਨਲ ਦੇ ਕੇਸਾਂ ਦੇ ਵਿੱਚ ਇਹ ਹੈ ਕਿ ਕੀ ਉਹ ਅੱਗੇ ਕੋਰਟ ਦੇ ਵਿੱਚ ਜਾ ਕੇ, ਅਦਾਲਤ ਦੇ ਵਿੱਚ ਜਾ ਕੇ ਉਹ ਖੜੇਗਾ ਕਿ ਨਹੀਂ ਖੜੇਗਾ। ਬਹੁਤ ਸਾਰੇ ਇਸ ਕੇਸ ਦੇ ਵਿੱਚ ਧਾਰਾਵਾਂ ਜਿਹੜੀਆਂ ਵਾ, ਬੇਸ਼ੱਕ ਜਿਹੜੀਆਂ ਵਾ ਇਹ ਲਾਈਆਂ ਨੇ 27 ਜਿਹੜੀ ਧਾਰਾ ਹੈ ਡਰੱਗਸ ਐਕਟ ਦੀ, 27A, 25 ਤੇ 29, ਇਹ ਜਿਹੜੀਆਂ ਤਿੰਨੋਂ ਧਾਰਾਵਾਂ ਨੇ ਇਹ ਡੀਲ ਕਰਦੀਆਂ ਨੇ ਕਿ ਇਹ ਜਿਹੜਾ ਵਾ, ਇਹ ਜਿਹੜਾ ਆਦਮੀ ਹੈ, ਦੋਸ਼ੀ ਹੈ ਜਿਹੜਾ, ਉਹ ਆਪਣੀ ਜਿਹੜੀ ਜਗ੍ਹਾ ਹੈ, ਪ੍ਰੀਮਿਸਿਸ ਹੈ, ਜਾਂ ਉਹਦੀ ਕਾਰ ਹੈ, ਜਾਂ ਉਹਦੇ ਕੋਈ ਹੋਰ ਜਗ੍ਹਾ ਹੈ, ਉਹ ਉਹਨੇ ਜਿਹੜਾ ਵਾ ਪਰਮਿਸ਼ਨ ਦਿੱਤੀ ਕਿ ਇਸ ਨੂੰ ਡਰੱਗਸ ਪਰਪਸ ਲਈ ਯੂਜ਼ ਕੀਤਾ ਜਾਵੇ। 29 ਸੈਕਸ਼ਨ ਦੇ ਵਿੱਚ ਜਿਹੜੀ ਹੈ ਉਹ ਕ੍ਰਿਮੀਨਲ ਕਨਸਪੀਰੇਸੀ ਹੈ। 27A ਦੇ ਵਿੱਚ ਹੈ ਕਿ ਉਹ ਫਿਨਾਂਸ ਤੇ ਟਰਾਂਸਪੋਰਟ ਤੇ ਪਰਚੇਜ਼ ਤੇ ਸੈਲਿੰਗ ਜਿਹੜਾ ਵਾ ਉਹ ਇਹਦੇ ਸੰਬੰਧ ਦੇ ਵਿੱਚ ਹੀ। ਹੁਣ ਕੀ ਸਵਾਲ ਇਹ ਹੁੰਦਾ ਹੈ ਕਿ ਕੀ ਇਹਦੇ ਵਿੱਚ ਕੋਈ ਐਵੀਡੈਂਸ, ਸਿੱਧੇ ਤੌਰ ਦੇ ਉੱਤੇ ਐਵੀਡੈਂਸ ਹੈ ਕਿ ਨਹੀਂ ਹੈ? ਜੋ ਇਹ FIR ਲਿਖੀ ਹੈ ਉਹਦੇ ਵਿੱਚੋਂ ਇਹ ਤਾਂ ਹੋ ਸਕਦਾ ਕੱਲ ਨੂੰ ਆਵੇ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਜਿਹੜੀ ਹੈ ਉਹ ਆ ਸਕਦੀ ਹੈ ਕਿ ਸਾਰੇ ਕੁਝ ਨੂੰ ਪ੍ਰੂਵ ਕਰਨ ਦੇ ਲਈ। ਡਰੱਗਸ ਕੇਸ ਦੇ ਵਿੱਚ KP ਸਿੰਘ ਜੀ, ਸਭ ਤੋਂ ਜਿਹੜਾ ਆਧਾਰ ਹੁੰਦਾ, ਸਭ ਤੋਂ ਪਹਿਲੀ ਜਿਹੜੀ ਚੀਜ਼ ਹੁੰਦੀ ਹੈ ਕਿ ਕੀ ਰਿਕਵਰੀ ਤੁਹਾਡੇ ਕੋਲ ਹੈ ਕਿ ਨਹੀਂ ਹੈ, ਤੇ ਰਿਕਵਰੀ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਨਾਲ ਕੀਤੀ ਗਈ ਹੈ, ਪ੍ਰੋਪਰ ਪ੍ਰੋਸੀਜਰ ਅਡਾਪਟ ਕੀਤਾ ਗਿਆ, DSP ਬੁਲਾਇਆ ਗਿਆ ਕਿ ਨਹੀਂ ਬੁਲਾਇਆ ਗਿਆ। ਇਸ ਕੇਸ ਦੇ ਵਿੱਚ ਜਿੱਥੋਂ ਤੱਕ ਰਿਕਵਰੀ ਦਾ ਸੰਬੰਧ ਹੈ ਉਹ ਕਿਤੇ ਜਿਹੜਾ ਵਾ ਇਹਦਾ ਮੈਂਸ਼ਨ ਕਿਤੇ ਨਹੀਂ ਹੈ। ਪਹਿਲੀ ਨਜ਼ਰ 'ਚ FIR ਕਮਜ਼ੋਰ ਲੱਗਦੀ? ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਜਿਹੜੀ ਸਾਰਾ ਕੇਸ, ਕੋਈ ਵੀ ਕੇਸ ਜਿਹੜਾ ਨਾ ਜਿਹਦੇ ਵਿੱਚ ਡਾਇਰੈਕਟ ਐਵੀਡੈਂਸ ਨਾ ਹੋਵੇ, ਜਿਹੜਾ ਕੇਸ ਸਰਕਮਸਟੈਂਸ਼ੀਅਲ ਐਵੀਡੈਂਸ ਜਿਹੜੀ ਹੈ ਉਹਦੇ ਤੇ ਡਿਪੈਂਡ ਹੋਵੇ, ਉਹ ਹਮੇਸ਼ਾ ਹੀ ਜਿਹੜਾ ਵਾ ਕਮਜ਼ੋਰ ਸਮਝਿਆ ਜਾਂਦਾ ਹੈ। ਕਿਉਂਕਿ ਜਿਹੜਾ ਜਜਮੈਂਟਸ ਵੀ ਹੈ ਹਾਈ ਕੋਰਟ ਔਰ ਸੁਪਰੀਮ ਕੋਰਟ ਦੀ ਕਿ ਜਿਹੜੀ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਦੈਟ ਇਜ਼ ਅ ਵੀਕ ਕਾਈਂਡ ਆਫ ਐਵੀਡੈਂਸ। ਇਹ ਸਿਰਫ ਤੁਸੀਂ ਜਿਹੜੀ ਹੈ ਕਰੈਬੋਰੇਟ ਐਵੀਡੈਂਸ ਜਿਹੜੀ ਹੈ, ਸਪੋਰਟਿੰਗ ਐਵੀਡੈਂਸ ਜਿਹੜੀ ਹੋ ਸਕਦੀ ਹੈ, ਪਰ ਇਸ ਤੋਂ ਇਲਾਵਾ ਜਿਹੜੀ ਇਨਵੋਲਵਮੈਂਟ ਦੇ ਲਈ ਤੁਹਾਨੂੰ ਸਿੱਧੇ ਤੌਰ ਦੇ ਉੱਤੇ ਕੋਈ ਨਾ ਕੋਈ ਡਾਇਰੈਕਟ ਐਵੀਡੈਂਸ ਜਿਹੜੀ ਹੈ ਉਹ ਲਿਆਉਣੀ ਪੈਂਦੀ। ਹੁਣ ਇਸ ਸੰਬੰਧ ਦੇ ਵਿੱਚ ਜਿਹੜੀ ਇਹ FIR ਹੋਈ ਹੈ, ਇਹ FIR DJP ਦੇ ਆਰਡਰ ਤੇ ਹੋਈ ਹੈ। ਉਸ ਤੋਂ ਬਾਅਦ ਜਿਹੜੀ ਆ AG ਦੀ ਲੀਗਲ ਓਪੀਨੀਅਨ, ਅਟਾਰਨੀ ਜਨਰਲ ਦੀ ਲੀਗਲ ਓਪੀਨੀਅਨ ਲਈ ਗਈ ਹੈ, ਔਰ ਉਹਦੇ ਬੇਸ ਦੇ ਉੱਤੇ ਜਿਹੜੀ ਰਿਟ ਪਟੀਸ਼ਨ ਪੈਂਡਿੰਗ ਸੀ ਬਹੁਤ ਲੰਮੇ ਸਮੇਂ ਤੋਂ, 2013 ਤੋਂ, ਉਹਦੇ ਆਰਡਰ ਜਿਹੜੇ ਆ ਮਾਨਯੋਗ ਹਾਈ ਕੋਰਟ ਨੇ ਸਮੇਂ-ਸਮੇਂ ਪਾਸ ਕੀਤੇ ਆ, ਉਹਨੂੰ ਜਿਹੜਾ ਵਾ ਸਾਰਾ ਇਹਦੇ ਵਿੱਚ ਡਿਟੇਲ ਲਿਖ ਕੇ ਲੰਮੇ ਤੌਰ ਦੇ ਉੱਤੇ ਕੀਤਾ ਗਿਆ। ਪਰ ਗੋਇੰਗ ਬਾਈ ਇਟ at this stage it appears that there is no direct evidence and there can only be circumstantial this is weak evidence. case from at this stage sure. I can say sure. that this is a weak kind of ਜਿਹੜਾ ਅੱਗੇ ਕੀ ਐਵੀਡੈਂਸ ਲਿਆਉਂਦੇ, ਕੀ ਕਲੈਕਸ਼ਨ ਹੁੰਦੀ ਹੈ, ਕੀ ਉਹਦੇ ਵਿੱਚ ਕਾਲ ਡਿਟੇਲ ਉਹਨਾਂ ਦੀਆਂ ਆਉਂਦੀਆਂ ਨੇ, ਕੀ ਬੈਂਕ ਟ੍ਰਾਂਜੈਕਸ਼ਨ ਜਿਹੜੀਆਂ ਆਉਂਦੀਆਂ ਨੇ, ਹੋਰ ਕੀ ਐਵੀਡੈਂਸ ਕਲੈਕਟ ਕਰਦੇ ਨੇ, ਦੈਟ ਇਜ਼ ਅ ਮੈਟਰ ਆਫ ਦੀ ਇਨਵੈਸਟੀਗੇਸ਼ਨ। ਉਹ ਆਏਗੀ ਤਾਂ ਕੱਲ ਨੂੰ ਅਸੀਂ ਦੇਖ ਸਕਦੇ ਕੀ ਹੈ। ਧਾਲੀਵਾਲ ਸਾਹਿਬ, ਵਕੀਲ ਸਾਹਿਬ ਕਹਿੰਦੇ ਆ ਪਹਿਲੀ ਨਜ਼ਰੇ ਇਹ ਕੇਸ ਉਹਨਾਂ ਮਜ਼ਬੂਤ ਨਹੀਂ ਲੱਗਦਾ ਪਿਆ। ਨਾਲ ਹੀ ਦੂਜੀ ਗੱਲ ਉਹ ਕਹਿੰਦੇ ਪਿਆ ਜਦੋਂ ਇਨਵੈਸਟੀਗੇਸ਼ਨ ਹੋਊਗੀ, ਕਾਲ ਡਿਟੇਲ ਨਿਕਲਣਗੀਆਂ, ਉਹਦੇ ਵਿੱਚ ਬੈਂਕ ਟ੍ਰਾਂਸਫਰ ਮਨੀ ਹੈ, ਕੁਝ ਉਹਦੀ ਗੱਲਬਾਤ ਹੋਊਗੀ, ਤੁਹਾਡੀ ਜਗ੍ਹਾ ਜਿਹੜੀ ਜਿਹਦਾ ਜ਼ਿਕਰ ਕੀਤਾ ਜਾ ਰਿਹਾ, ਤੁਹਾਡੀ ਗੱਡੀ ਹੈ ਜਾਂ ਜਿਹਦਾ ਵੀ ਜ਼ਿਕਰ ਕੀਤਾ ਜਾ ਰਿਹਾ, ਉਹ ਇਨਵੈਸਟੀਗੇਸ਼ਨ ਦੇ ਵਿੱਚ ਚੀਜ਼ਾਂ ਕਲੀਅਰ ਹੋਣਗੀਆਂ। ਧਾਲੀਵਾਲ ਸਾਹਿਬ ਕਿਉਂ ਘਬਰਾ ਰਹੇ ਹੋ ਫਿਰ? ਧਾਲੀਵਾਲ ਸਾਹਿਬ ਤੁਸੀਂ ਪਹਿਲੀ ਗੱਲ ਤਾਂ ਤੁਸੀਂ ਵੀ ਘਬਰਾ ਕੌਣ ਰਿਹਾ ਜੀ? ਘਬਰਾ ਕੌਣ ਰਿਹਾ? ਅਸੀਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹਾਂ ਵੀ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੈ। ਘਬਰਾ ਤਾਂ ਧਾਲੀਵਾਲ ਸਾਹਿਬ ਮੈਂ ਇਸ ਕਰਕੇ ਸਵਾਲ ਕਰ ਰਿਹਾ, ਧਾਲੀਵਾਲ ਸਾਹਿਬ ਤੁਸੀਂ 1 ਮਿੰਟ 'ਚ ਹੀ ਕਹਿਤਾ ਪੰਜਾਬ ਦੇ ਅਮਨ ਸ਼ਾਂਤੀ ਨੂੰ ਖਤਰੇ ਵਿੱਚ ਪਾਉਣ ਦੀ ਕੋਸ਼ਿਸ਼ ਹੈ। ਸਰ ਪੰਜਾਬ ਨੂੰ ਕਿਹੜਾ ਖਤਰਾ ਪੈਦਾ ਹੋ ਗਿਆ? ਸਰ ਤੁਹਾਡੇ ਲੀਡਰ ਤੇ ਸਵਾਲ ਹੈ, ਤੁਸੀਂ ਪੰਜਾਬ ਨੂੰ ਖਤਰੇ ਪਾਤਾ ਸਰ। ਦੇਖੋ ਜੀ, ਇਹ ਤੁਹਾਡੀ ਪਤਾ ਨਹੀਂ ਕੀ ਚੱਕਰ ਹੈ, ਕਈ ਖਤਰਾ ਤੁਸੀਂ ਮੇਰੀ ਗੱਲ ਖਤਰੇ ਵਾਲੀ ਗੱਲ ਜਦੋਂ ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ, ਹੁਣ ਕੇਜਰੀਵਾਲ ਵਾਲੇ ਆਮ ਆਦਮੀ ਪਾਰਟੀ ਦੇ ਵੀਰ ਕਹਿ ਰਹੇ ਸੀ ਮੇਰੇ ਵੀ ਕੇਜਰੀਵਾਲ ਸਾਹਿਬ ਨੇ ਕਿਹੜਾ ਕੋਈ ਗੁਨਾਹ ਕੀਤਾ ਵੀ ਉਹਨਾਂ ਨੇ ਮਾਫੀ ਮੰਗ ਲਈ, ਕਿਹੜੀ ਗੱਲ ਹੋ ਗਈ? ਇੱਕ ਜਿਹੜੇ ਬੰਦੇ ਦੇ ਕੋਈ ਪ੍ਰੂਫ ਨਹੀਂ, ਤੁਸੀਂ ਉਹਦੇ ਪੋਸਟਰ ਲਗਵਾ ਦਿਓ ਆਪਦੇ ਵਰਕਰਾਂ ਤੋਂ, ਪੋਸਟਰ ਲਗਵਾ ਦਿਓ, ਪਿੰਡਾਂ 'ਚ ਤੁਸੀਂ ਲੜਾਈ ਪੈਦਾ ਕਰ ਦਿਓ ਉਹਨਾਂ ਦੀ, ਉਸ ਤੋਂ ਬਾਅਦ ਤੁਸੀਂ ਆਪ ਮਾਫੀ ਮੰਗ ਜਾਓ। ਤੇ ਪਿੰਡਾਂ 'ਚ ਵਿਦਾਈਨਾਮੇ ਕਿਵੇਂ? ਉਹ ਤਾਂ ਪਿੰਡਾਂ ਲੋਕਾਂ ਨੂੰ ਪਤਾ ਨਾ ਜੀ। ਅਮਨ ਤਾਂ ਪਿੰਡ ਵਾਲੇ ਲੋਕ ਦਾ ਖਰਾਬ ਹੋ ਜਾਂਦਾ ਨਾ ਜੀ।
ਕਿਸੇ ਬੰਦੇ ਨੂੰ ਬਰਗਲਾ ਕੇ ਇੱਕ ਲੀਡਰ ਨੇ ਆਪਦੇ ਬੰਦੇ ਨੂੰ ਨਾਲ ਲਾ ਲੈਣਾ ਵੀ ਤੁਸੀਂ ਇਸ ਗੱਲ ਤੇ ਨਾਅਰੇ ਮਾਰੋ। ਤੁਹਾਨੂੰ ਇਉਂ ਲੱਗਦਾ ਮਿਸਟਰ ਧਾਲੀਵਾਲ, ਤੁਹਾਨੂੰ ਇਉਂ ਲੱਗਦਾ ਕਿ ਤੁਹਾਡੇ ਵਰਕਰ ਭੜਕ ਸਕਦੇ ਆ? ਮੈਂ ਕਿਹਾ ਜੀ ਜਦੋਂ ਤੁਸੀਂ ਇੱਕ ਬਿਲਕੁਲ ਨਜਾਇਜ਼ ਪਰਚਾ ਦਰਜ ਕਰੋਗੇ, ਜਿਵੇਂ ਪਹਿਲਾਂ ਸੈਂਟ ਕੁੰਵਰ ਵਿਜੇ ਪ੍ਰਤਾਪ ਨੇ ਕੀਤਾ, ਹੁਣ ਇਹਨਾਂ ਨੇ ਕੀਤਾ, ਇਸ ਤੋਂ ਪਹਿਲਾਂ ਰਾਜਾ ਆਪਣੇ ਕਰ ਰਿਹਾ ਸੀਗਾ, ਹਰੇਕ ਚੀਜ਼ 'ਚ ਤੁਸੀਂ ਨਜਾਇਜ਼ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਉਹਦਾ ਕਿਤੇ ਨਾ ਕਿਤੇ ਰਿਜ਼ਲਟ ਮਾੜਾ ਆਊਗਾ ਹੀ ਨਾ ਜੀ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੂੰਗਾ, ਬ੍ਰੇਕ ਤੋਂ ਵਾਪਸ ਆਊਂਗਾ। ਮੈਂ ਵਾਪਸ ਆ ਰਿਹਾ ਸਰ। ਮਿਸਟਰ ਮਜੀਠੀਆ, ਟਾਈਮਿੰਗ ਤੇ ਟਾਰਗੇਟ, ਟਾਈਮਿੰਗ ਕੀ ਹੈ ਤੇ ਟਾਰਗेट ਕੀ ਹੈ, ਸਵਾਲ ਇਹੀ ਹੈ। वापस आ रहे गलत पर्चा हुआ है, आई एम सेइंग सो टुडे। एक फिक्स्ड मैच के चलते गिरफ्तार किया जाएगा। ਸਾਨੂੰ ਤਾਂ ਇਹਦਾ ਪਤਾ ਹੀ ਸੀ। ਸਾਡੇ ਸਬਰ ਦਾ ਇਮਤਿਹਾਨ ਨਾ ਲਓ। ਕਾਨੂੰਨ ਜੋ ਠੀਕ ਸਮਝੇ ਉਹਨੂੰ ਕਰਨਾ ਚਾਹੀਦਾ। ਡਰੱਗਸ ਕੇਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਪਰਚੇ ਦਾ ਭਵਿੱਖ ਕੀ ਹੈ? ਅਸ਼ਵਨੀ ਖੜਿਆਲ, ਥੋੜਾ ਜਿਹਾ ਕਾਨੂੰਨੀ ਨੁਕਤਾ ਤੁਸੀਂ ਮੈਨੂੰ ਸਮਝਾ ਸਕਦੇ ਹੋ? ਜਗਦੀਸ਼ ਭੋਲੇ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਹੈਗਾ? ਸੱਤੇ ਪਿੰਦੀ ਦਾ ਕੋਈ ਇਸ ਕੇਸ ਨਾਲ ਲੈਣਾ ਦੇਣਾ ਹੈਗਾ ਮਿਸਟਰ ਖੜਿਆਲ? ਨਹੀਂ, I won't comment on that because it's a legal issue ਜੋ ਕੋਰਟ ਦੇ ਵਿੱਚ ਜਾਊਗਾ, but I want to come to this point ਕਿ ਚਲੋ ਮੈਂ ਇੱਕ ਸਵਾਲ ਹੋਰ ਕਰ ਲੈਣਾ ਮਿਸਟਰ ਖੜਿਆਲ, ਇੱਕ ਸਵਾਲ ਹੋਰ ਕਰ ਲੈਣਾ ਕਿ ਜਗਦੀਸ਼ ਭੋਲੇ ਨੂੰ ਸਰਕਾਰੀ ਗਵਾਹ ਬਣਾਇਆ ਜਾ ਸਕਦਾ? I won't comment on that again because it's a important matter. एक politician involved है ਤਾਂ ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਚੀਜ਼ compromise ਹੋਵੇ, ਤਾਂ let it go in the court, ਉੱਥੇ ਤੁਹਾਨੂੰ ਪਤਾ ਲੱਗ ਜਾਊਗਾ। Coming to the fact of the matter, ਕਿ ਮੈਂ ਬਹੁਤ ਇੰਪੋਰਟੈਂਟ ਚੀਜ਼ ਦੱਸਣ ਲੱਗਾ ਜਿਹੜਾ ਵਕੀਲ ਸਾਹਿਬ ਨੇ ਕਿਹਾ, he is right। ਪਹਿਲਾ ਕੁਐਸਚਨ ਸੀਗਾ ਡਿਲੇ ਬਹੁਤ ਵੱਡਾ। ਡਿਲੇ ਤਾਂ ਹੈ ਬਿਕੋਜ਼ ਇੱਕ ਲੀਡਰ ਹੈ ਸ਼੍ਰੋਮਣੀ ਅਕਾਲੀ ਦਲ ਦੇ, ਉਹ ਵਾਰ-ਵਾਰ ਕਹਿੰਦੇ ਮੈਂ ਲਾਲ ਡੈਰੀ 'ਚ ਨਾਮ ਲਿਖ ਲਿਆ ਆਫਿਸਰ ਦਾ, ਮੈਂ ਪੀਲੀ ਡੈਰੀ 'ਚ ਲਿਖ ਲਿਆ, ਮੈਂ ਨੀਲੀ ਡੈਰੀ 'ਚ ਲਿਖ ਲਿਆ। ਜਦੋਂ ਥ੍ਰੈਟ ਕਰੋਗੇ, ਡਰਾਉਂਗੇ ਆਫਿਸਰਸ ਨੂੰ, ਆਬਵੀਅਸ ਜੀ ਗੱਲ ਉਹ ਐਕਸ਼ਨ ਲੈਣ ਤੋਂ ਭੱਜਣਗੇ। ਉਹਨਾਂ ਨੂੰ ਘਬਰਾਹਟ ਹੋਊਗੀ, ਡਰ ਲੱਗੂਗਾ ਵੀ ਸਰਕਾਰ ਆ ਕਿ ਸੰਤਾ ਆਪਣਾ ਖੁੱਡੇ ਲੈਣ ਲਾ ਦੇਣਗੇ। ਤਾਂ ਕਰਕੇ ਡਿਲੇ ਹੋਇਆ, ਪਰ ਡਿਲੇ ਜਸਟੀਫਾਈ ਕਰ ਰਹੇ ਹਾਂ, ਅਸੀਂ ਐਕਸਪਲੇਨ ਕਰ ਸਕਦੇ ਹਾਂ। ਅੱਛਾ, ਦੂਜੀ ਗੱਲ, ਇੱਕ ਚੀਜ਼ ਨਾਲੇ ਹਵਾਈ ਗੱਲ ਨਹੀਂ ਹੈ, ਫੈਕਟ ਹੈ। ਦੂਜੀ ਗੱਲ, ਹਾਈ ਕੋਰਟ ਨੇ ਇਨਕੁਆਇਰੀ ਮਾਰਕ ਕੀਤੀ ਹੈ ਕੇਪੀ ਜੀ, ਤਾਂ ਕਰਕੇ ਦੇयर इज अ ਰੀਜ਼ਨੇਬਲ ਕਾਜ਼ ਐਸ ਵੈਲ। ਤੇ ਤੀਜੀ ਗੱਲ ਇਹ ਹੈ ਕਿ ਮਿਨੀਮਮ 10 ਸਾਲ ਦੀ ਇੰਪ੍ਰਿਜ਼ਨਮੈਂਟ ਹੈ ਇਸ ਸੈਕਸ਼ਨ ਦੇ ਵਿੱਚ, ਤੇ ਆਰਿਅਨ ਖਾਨ ਦੇ ਉੱਤੇ ਵੀ 27A ਤੇ 29 ਲੱਗੀ ਸੀਗੀ। ਇਹ ਅਜੇ ਤੱਕ ਕਿਸੇ ਨੂੰ ਪਤਾ ਨਹੀਂ, ਮੈਂ ਡਿਸਕਲੋਜ਼ ਕਰਿਆ ਤੇ ਐਕਸਪੋਜ਼ ਕਰਿਆ ਇਸ ਚੀਜ਼ ਨੂੰ। ਤੇ ਜੇ ਆਰਿਅਨ ਖਾਨ ਵਰਗਾ ਬੰਦਾ, ਸ਼ਾਹਰੁਖ ਖਾਨ ਦਾ ਬੇਟਾ, ਮਹੀਨਾ ਜੇਲ੍ਹ ਚ ਲਾ ਕੇ ਆਇਆ, ਤਾਂ ਮਜੀਠੀਆ ਸਾਹਿਬ ਨੂੰ ਵੀ ਕੁਝ ਟਾਈਮ ਤਾਂ ਲਾਉਣਾ ਚਾਹੀਦਾ ਹੈ, ਜਸਟੀਫਾਈ ਕਰਨਾ ਚਾਹੀਦਾ। ਨਾਲੇ ਅੱਛਾ ਉਹ ਖਿਲਾਫ ਦੀ ਗੱਲ ਕਰ, ਹਾਈ ਕੋਰਟ ਕਿਉਂ ਗਏ? ਬਿਕੋਜ਼ ਗਿਲਟੀ ਕੌਨਸ਼ੀਅੰਸ ਸੀ ਗਈ। ਉਹ ਕਹਿੰਦਾ ਨੇ ਜਦੋਂ ਬੰਦੇ ਨੇ ਗਿਲਟ ਕੀਤਾ ਹੋਵੇ, ਕੁਝ ਗਲਤ ਕੀਤਾ ਹੋਵੇ, ਕੌਨਸ਼ੀਅੰਸ ਸੌਣ ਨਹੀਂ ਦਿੰਦੀ, ਰਾਤ ਨੂੰ ਨੀਂਦ ਨਹੀਂ ਆਉਂਦੀ, ਤਾਂ ਕਰਕੇ ਮਿਸਟਰ ਖੜਿਆਲ ਇੱਕ ਸਵਾਲ ਹੋਰ ਕਰ ਰਿਹਾ। ਮਿਸਟਰ ਖੜਿਆਲ ਇੱਕ ਹੋਰ ਸਵਾਲ ਕਰ ਰਿਹਾ, ਜਿਹੜੀ ਐਸਟੀਐਫ ਦੀ ਰਿਪੋਰਟ ਹੈ, ਜਿਹੜੀ ਕੋਰਟ ਵਿੱਚ ਕਹਿੰਦੇ ਆ ਬੰਦ ਪਈ ਹੈਗੀ ਆ, ਉਹਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਹੈ ਜਾਂ ਨਹੀਂ? ਦੇਖੋ, ਰੈਲੇਵੈਂਸ ਹੈਗੀ ਹੈ, ਆਫ ਕੋਰਸ ਰੈਲੇਵੈਂਸ ਹੈ ਉਹਦੀ, ਤੇ ਉਹ ਅੱਗੇ ਜਾ ਕੇ ਤੁਹਾਨੂੰ ਪਤਾ ਲੱਗ ਜੂ ਕੀ ਰੈਲੇਵੈਂਸ ਕਿਹੜਾ ਐਂਗਲ। ਚਲੋ ਮੈਂ ਅਗਲੀ ਚੀਜ਼ਾਂ ਪੁੱਛ ਲਵਾਂ ਮਿਸਟਰ ਬਾਠ ਨੂੰ। ਮਿਸਟਰ ਮੈਂ ਆ ਰਿਹਾ, ਵਾਪਸ ਆ ਜਾਊਂਗਾ ਮਿਸਟਰ ਖੜਿਆਲ, ਵਾਪਸ ਆ ਜਾਊਂਗਾ ਤੁਹਾਡੇ ਕੋਲ, ਵਾਪਸ ਆ ਜਾਊਂਗਾ। ਮਿਸਟਰ ਬਾਠ, ਐਸਟੀਐਫ ਦੀ ਰਿਪੋਰਟ ਦਾ ਇਸ ਨਾਲ ਕੋਈ ਲੈਣਾ ਦੇਣਾ ਹੈ? ਪਹਿਲਾ ਸਵਾਲ। ਦੂਜਾ ਸਵਾਲ ਇਹ ਹੈ, ਜਗਦੀਸ਼ ਭੋਲੇ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ, ਸੱਤਾ ਪਿੰਦੀ ਦਾ ਕੋਈ ਲੈਣਾ ਦੇਣਾ? ਮੈਂ ਜਿਹੜਾ ਦੂਜਾ ਸਵਾਲ ਹੈ ਨਾ ਤੁਹਾਡਾ, ਉਹਦੇ ਤੇ ਪਹਿਲਾਂ ਆਉਣਾ। ਜਿਹੜੀ ਇਹ ਐਸਟੀਐਫ ਹੈ, ਇਹ ਹਾਈ ਕੋਰਟ ਦੇ ਵਿੱਚ ਰਿਟ ਉਸ ਵੇਲੇ ਪਈ ਸੀ ਜਦੋਂ ਜਗਦੀਸ਼ ਭੋਲੇ ਦੀ ਅਰੈਸਟ ਹੋਈ, ਤਾਂ ਉਸ ਵੇਲੇ ਇਹ ਸੀ ਕਿ ਜਿਹੜੀ ਇਹਦੀ ਇਨਵੈਸਟੀਗੇਸ਼ਨ ਹੈ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਰਹੀ, ਔਰ ਜਿਹੜੇ ਇਹਦੇ 'ਚ 2 ਹੋਰ ਦੋਸ਼ੀ ਵੀ ਇਨਵੋਲਵ ਨੇ, ਉਹਨਾਂ ਤੇ ਜਿਹੜਾ ਵਾ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਤੇ ਉਹਦੇ ਬੇਸ ਦੇ ਉੱਤੇ ਜਿਹੜੀ ਹੈ ਇੱਕ ਐਸਟੀਐਫ ਬਣਾਈ ਸੀ, ਜਿਹਦੇ ਵਿੱਚ ਜਿਹੜੇ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੋਟੀ ਦੇ ਵਕੀਲ ਵੱਖਰੀਆਂ ਧਿਰਾਂ ਦੇ ਵੱਲੋਂ ਉਹਦੇ ਵਿੱਚ ਸ਼ਾਮਲ ਹੋਈ ਸੀ। ਔਰ ਇਹ ਰਿਟ ਜਿਹੜੀ ਹੈ 2013 ਦੀ ਜਿਹੜੀ ਆ ਹਾਈ ਕੋਰਟ ਵਿੱਚ ਚੱਲ ਰਹੀ ਆ, ਔਰ ਅਜੇ ਵੀ ਉੱਥੇ ਪੈਂਡਿੰਗ ਹੈ। ਇਹ ਉਹਦੇ ਕੌਨਸੀਕੁਐਂਸ ਦੇ ਵਿੱਚ ਜਿਹੜੀ ਆ ਸਟੇਟਸ ਰਿਪੋਰਟ ਆਈ, ਔਰ ਜਿਹੜੀ ਇਹ ਐਫਆਈਆਰ ਦੇ ਉੱਤੇ ਪੇਜ 4 ਦੇ ਉੱਤੇ ਇਹ ਲਿਖਿਆ ਹੋਇਆ ਵਾ ਕਿ ਜਿਹੜੀ ਸਪੈਸ਼ਲ ਟਾਸਕ ਫੋਰਸ ਦੀ ਜਿਹੜੀ ਰਿਪੋਰਟ ਹੈ, ਜਿਹੜੀ ਸਟੇਟਸ ਰਿਪੋਰਟ ਹੈ, ਉਹ ਇਹਦੇ ਨਾਲ ਐਨੈਕਚਰ 1 ਤੇ ਐਨੈਕਚਰ 2 ਇਸ ਐਫਆਈਆਰ ਦਾ ਬਕਾਇਦਾ ਤੌਰ ਦੇ ਉੱਤੇ ਹਿੱਸਾ ਵਾ, ਇਹਦੇ ਨਾਲ ਅਟੈਚ ਕੀਤਾ ਗਿਆ। ਮਤਲਬ ਇਹ ਹੈ ਕਿ ਜਿਹੜਾ ਵਾ ਕੁਝ ਫੈਕਟਸ ਜਿਹੜੇ ਆ ਜਾਂ ਕੁਝ ਐਲੀਗੇਸ਼ਨ ਜਿਹੜੇ ਆ ਉਹ ਉਹਦੇ ਵਿੱਚੋਂ ਨਿਕਲ ਕੇ ਆਏ ਆ, ਉਹਦੇ ਵਿੱਚੋਂ ਨਿਕਲ ਕੇ ਆਇਆ, ਔਰ ਉਹਨਾਂ ਦੇ ਉਹ ਇੱਕ ਬੇਸ ਬਣਿਆ ਵਾ ਇਸ ਐਫਆਈਆਰ ਨੂੰ ਰਜਿਸਟਰ ਕਰਨ ਦਾ। ਪਰ ਜਿਹੜੀ ਮੈਂ ਨਾਲ ਗੱਲ ਕਹਿਣੀ ਚਾਹੁੰਦਾ, ਮੈਂ ਜਗਦੀਸ਼ ਭੋਲੇ ਵਾਲਾ ਸਵਾਲ ਕਰ ਰਿਹਾ ਸੀ। ਹਾਂਜੀ, ਮੈਂ ਉਹੀ ਗੱਲ ਕਰ ਰਿਹਾ। ਮੈਂ ਤੁਹਾਡੀ ਸੈਕੰਡ ਜਿਹੜਾ ਪਹਿਲਾ ਸਵਾਲ ਸੀ, ਉਹਨੂੰ ਮੈਂ ਸੈਕੰਡ ਦੇ ਲਿਆ ਹੋਇਆ। ਉਹ ਇਹ ਸੀ ਕਿ ਕੀ ਤੁਹਾਨੂੰ ਪਤਾ ਕਿ ਜਿਹੜੀ ਅੱਗੇ ਐਫਆਈਆਰ ਜਿਹੜੀ ਆ ਕੀਤੀ ਗਈ ਸੀ, ਸੈਕੰਡ ਐਫਆਈਆਰ, ਉਹ ਹਾਈ ਕੋਰਟ ਨੇ ਜਦੋਂ ਜਿਹੜੀ ਆ ਕੁਐਸ਼ ਕੀਤੀ,
ਤਾਂ ਉਹਦਾ ਇੱਕ ਬੇਸ ਇਹ ਸੀ ਕਿ ਜਦੋਂ ਤੁਸੀਂ ਜਿਹੜੀ ਆ ਫਾਰ ਦੀ ਸੇਮ ਅਕਰੈਂਸ ਪਹਿਲਾਂ ਇੱਕ FIR ਰਜਿਸਟਰ ਆ ਤੇ ਤੁਸੀਂ ਉਸੇ ਅਕਰੈਂਸ ਨੂੰ ਆਧਾਰ ਬਣਾ ਕੇ ਸੈਕੰਡ FIR ਜਿਹੜੀ ਆ ਉਹ ਦਰਜ ਨਹੀਂ ਹੋ ਸਕਦੀ। ਜੇ ਤੁਸੀਂ ਇਨਵੈਸਟੀਗੇਸ਼ਨ ਕਰਨੀ ਆ ਪਹਿਲੀ FIR ਜਿਹਦੇ ਵਿੱਚ ਹੋਰ ਦੋਸ਼ੀਆਂ ਦੇ ਨਾਂ ਆਏ, ਜਿਹਦੇ ਵਿੱਚ ਹੋਰ ਅਫੈਂਸ ਆ ਗਏ, ਜਿਹਦੇ ਵਿੱਚ ਹੋਰ ਨਵੀਆਂ ਚੀਜ਼ਾਂ ਆਈਆਂ, ਤੁਸੀਂ ਜਿਹੜੀ ਇਨਵੈਸਟੀਗੇਸ਼ਨ ਆ ਉਸੇ ਪਹਿਲੀ FIR ਨੂੰ ਹੀ ਜਿਹੜਾ ਬੇਸ ਬਣਾ ਕੇ ਉਹਨੂੰ ਤੁਸੀਂ ਕਿੰਨਾ ਵੀ ਐਕਸਪੈਂਡ ਕਰ ਸਕਦੇ ਹੋ, ਚਾਹੇ ਕਿੰਨੇ ਦੋਸ਼ੀ ਉਹਦੇ ਚ ਨਾਮਜ਼ਦ ਕਰ ਦਿਓ, ਉਹਦੇ ਵਿੱਚ ਕੁਝ ਵੀ ਪਾ ਦਿਓ। ਹੁਣ ਇਹ ਸਵਾਲ ਜਿਹੜਾ ਵਾ ਇਹ ਜ਼ਰੂਰ ਜਿਹੜਾ ਕਦੇ ਨਾ ਕਦੇ ਉੱਠੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਦੋਂ ਆਲਰੇਡੀ ਜਗਦੀਸ਼ ਭੋਲੇ ਦੀ FIR ਦਰਜ ਸੀ, ਜਿਹਦੇ ਬੇਸ ਤੇ ਅੱਗੇ STF ਬਣੀ ਔਰ ਜਿਹਦੇ ਬੇਸ ਤੇ ਨਵੇਂ ਫੈਕਟਸ ਆਏ, ਨਵੇਂ ਦੋਸ਼ੀਆਂ ਦੇ ਨਾਂ ਨਾਮਜ਼ਦ ਹੋਏ, ਸਰਫੇਸ ਹੋਏ, ਕੀ ਹੁਣ ਦੂਜੀ FIR ਦੀ ਜ਼ਰੂਰਤ ਸੀ ਜਾਂ ਨਹੀਂ ਸੀ? ਇਹ ਇੱਕ ਡਿਬੇਟੇਬਲ ਇਹ ਸਵਾਲ ਉੱਠੂਗਾ, ਇਹ ਇੱਕ ਡਿਬੇਟੇਬਲ ਇਸ਼ੂ ਜਿਹੜਾ ਜਗਦੀਸ਼ ਭੋਲਾ ਸਰਕਾਰੀ ਗਵਾਹ ਬਣਾਇਆ ਜਾ ਸਕਦਾ ਹੈ, ਨਹੀਂ ਇਹ ਸਵਾਲ ਮੇਰਾ ਗਲਤ ਹੈ? ਨਹੀਂ, ਸਵਾਲ ਤੁਹਾਡਾ ਬਿਲਕੁਲ ਵਾਜਬ ਹੈ। ਦੇਖੋ ਅੱਜ ਕੱਲ ਕੁਝ ਵੀ ਪਤਾ ਨਹੀਂ ਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਸੰਭਵ ਹੋ ਸਕਦੀ ਹੈ, ਮਤਲਬ ਆਪਣੇ ਆਪ ਨੂੰ ਕੇਸ ਨੂੰ ਸਟੈਬਲਿਸ਼ ਕਰਨ ਦੇ ਲਈ। ਜਿਵੇਂ ਮੈਂ ਕਹਿਤਾ ਕਿ ਇਹਦੇ ਚ ਵੀਕ ਕਾਈਂਡ ਆਫ ਐਵੀਡੈਂਸ ਹੈ, ਜੇ ਉਹਨੂੰ ਤੁਸੀਂ ਜਿਹੜਾ ਵਾ ਆਪਣਾ ਸਰਕਾਰੀ ਗਵਾਹ ਅਪਰੂਵਰ ਬਣਾ ਲੈਂਦੇ ਹੋ ਤੇ ਤੁਹਾਡੇ ਕੋਲ ਜਿਹੜਾ ਇਹ ਕੇਸ ਸਟਰੋਂਗ ਹੋਣ ਦੀ ਸੰਭਾਵਨਾ ਹੋ ਸਕਦੀ ਹੈ, ਬਟ ਇਟ ਡਿਪੈਂਡਸ ਅਪਨ ਦੀ ਪ੍ਰੋਸੀਕਿਊਸ਼ਨ। ਡਾਕਟਰ ਆਹਲੂਵਾਲੀਆ, ਕੀ ਜਗਦੀਸ਼ ਭੋਲੇ ਨੂੰ ਸਰਕਾਰੀ ਗਵਾਹ ਬਣਾਇਆ ਜਾਣਾ ਚਾਹੀਦਾ? ਆਮ ਆਦਮੀ ਪਾਰਟੀ ਕੀ ਸੋਚਦੀ ਹੈ? ਮੈਂ ਕਾਨੂੰਨੀ ਨੁਕਤਾ ਸਮਝਣਾ ਚਾਹ ਰਿਹਾ, ਮੈਨੂੰ ਪਤਾ ਨਹੀਂ ਹੈਗਾ ਜ਼ਿਆਦਾ ਆਹਲੂਵਾਲੀਆ ਸਾਹਿਬ, ਮੈਂ ਸਮਝਣਾ ਚਾਹ ਰਿਹਾ ਤੁਹਾਡੇ ਤੋਂ। ਦੇਖੋ ਇਹ ਤਾਂ ਹੁਣ ਵਕੀਲ ਸਾਹਿਬ ਤਾਂ ਕਹਿ ਹੀ ਰਹੇ ਨੇ, ਜਿਹੜੇ ਐਨਲਿਸਟ ਬੈਠੇ ਨੇ ਕਾਂਗਰਸ ਵਾਲਿਆਂ ਨੇ ਤੇ ਹਰੇਕ ਗੱਲ ਤੇ ਚੁੱਪੀ ਉਹ ਕੀਤੀ ਹੋਈ ਹੈ ਕਿ ਨਹੀਂ। ਸਰ ਆਦਾ ਜਵਾਬ ਦਿਓ ਨਾ, ਕਾਂਗਰਸ ਨੂੰ ਮੈਂ ਪੁੱਛ ਲੂੰ ਸਰ, ਮੈਨੂੰ ਪੁੱਛਣਾ ਹੁੰਦਾ ਕਾਂਗਰਸ ਨੂੰ। ਬੋਲੋ ਆਹਲੂਵਾਲੀਆ ਸਾਹਿਬ। ਬਣਾਣਾ, ਹਾਂ ਬਣਾਉਣਾ ਚਾਹੀਦਾ। ਮੈਂ ਕਿਹਾ ਬੋਲੋ ਆਹਲੂਵਾਲੀਆ ਸਾਹਿਬ ਬੋਲੋ। ਮੈਂ ਕਿਹਾ ਬਣਾਉਣਾ ਚਾਹੀਦਾ ਜੀ। ਅੱਛਾ, ਆਮ ਆਦਮੀ ਪਾਰਟੀ ਚਾਹੁੰਦੀ ਹੈ ਸਰਕਾਰੀ ਗਵਾਹ ਬਣਾ ਕੇ ਬਿਕਰਮ ਮਜੀਠੀਆ ਦੇ ਖਿਲਾਫ ਕੇਸ ਮਜ਼ਬੂਤ ਕੀਤਾ ਜਾ ਸਕਦਾ ਹੈ, ਤੁਹਾਨੂੰ ਲੱਗਦਾ ਹੈ ਮਿਸਟਰ ਆਹਲੂਵਾਲੀਆ? ਦੇਖੋ ਕੇਸ ਤਾਂ ਜਿਵੇਂ ਸਾਡੇ ਪੈਨਲਿਸਟ ਨੇ ਦੱਸਿਆ ਹੈ, ਐਡਵੋਕੇਟ ਸਾਹਿਬ ਨੇ ਵੀ ਕੇਸ ਕਮਜ਼ੋਰ ਹੈਗਾ, ਕੇਸ ਤਾਂ ਮਜ਼ਬੂਤ ਹੀ ਹੋਣਾ ਚਾਹੀਦਾ ਸੀ। ਜੇ ਇਹਨਾਂ ਤੋਂ ਮਜ਼ਬੂਤ ਕਰਿਆ ਨਹੀਂ ਜਾਣਾ, ਕਿਉਂਕਿ ਇਹਨਾਂ ਕੋਲ ਦਿਨ ਹੀ 5-7 ਰਹਿ ਗਏ ਨੇ, ਮਜ਼ਬੂਤ ਅਸੀਂ ਕਰਾਂਗੇ ਅੱਗੇ 2022। ਚਲੋ ਠੀਕ ਹੈ, ਵਾਪਸ ਆ ਰਿਹਾ ਪ੍ਰਭਜੋਤ ਧਾਲੀਵਾਲ। ਜਗਦੀਸ਼ ਭੋਲਾ ਜੇ ਸਰਕਾਰੀ ਗਵਾਹ ਬਣਾ ਲਿਆ ਜਾਂਦਾ ਤਾਂ ਫਿਰ ਅਕਾਲੀ ਦਲ ਦਾ ਨੈਕਸਟ ਕੋਰਸ ਆਫ ਐਕਸ਼ਨ ਕੀ ਹੋਊਗਾ? ਸਰ ਸਰਕਾਰ ਇਹਨਾਂ ਦੀ ਹੈ, 10 ਦਿਨ ਤੱਕ ਅਫਸਰ ਵੀ ਇਹਨਾਂ ਦੇ ਹੈ, ਜੋ ਮਰਜ਼ੀ ਕਰਨ, ਭਾਵੇਂ ਉਹਨੂੰ ਸਰਕਾਰੀ ਗਵਾਹ ਬਣਾਉਣ, ਭਾਵੇਂ ਜਿਹੜਾ ਮਰਜ਼ੀ ਗਵਾਹ ਬਣਾਉਣ। ਪਰ ਮੈਂ ਤਾਂ ਕਾਂਗਰਸ ਵਾਲੇ ਵੀਰ ਤੋਂ ਤੇ ਝਾੜੂ ਵਾਲਿਆਂ ਦਾ ਇੰਨਾ ਜ਼ੋਰ ਲੱਗਿਆ ਵੀ ਕੇਸ ਮਜ਼ਬੂਤ ਹੋਣਾ ਚਾਹੀਦਾ, ਬਿਕਰਮ ਮਜੀਠੀਆ ਅੰਦਰ ਹੋਵੇ, ਪੇਸ਼ ਹੋਵੇ। ਇਹਦੇ ਨਾਲ ਪੰਜਾਬ ਦਾ ਕਿਹੜਾ ਭਲਾ ਹੋਣ ਲੱਗਿਆ? ਇਹਦਾ ਸਵਾਲ ਦਾ ਜਵਾਬ ਦੇ ਦੇਣ। ਜਿਹੜੇ ਇੰਨੇ ਘਟਾਲੇ ਹੋਏ, ਤਰਨਤਾਰਨ ਦੇ ਵਿੱਚ ਸ਼ਰਾਬ ਨਾਲ ਕਿੰਨੇ ਬੰਦੇ ਮਰ ਗਏ, ਜਲਾਲਪੁਰ ਵਾਲਾ ਸ਼ਰਾਬ ਦਾ ਘਟਾਲਾ ਹੋਇਆ, ਖੰਨੇ ਫੈਕਟਰੀ ਫੜੀ ਗਈ, SC ਸਕਾਲਰਸ਼ਿਪ ਦਾ ਘਟਾਲਾ ਹੋਇਆ, ਕਦੇ ਉਹਦੇ ਬਾਰੇ ਸੋਚਿਆ ਇਹਨਾਂ ਨੇ ਜੀ? ਧਾਲੀਵਾਲ ਸਾਹਿਬ ਤੁਹਾਨੂੰ ਲੱਗਦਾ ਮੁੱਦਿਆਂ ਤੋਂ ਪਾਸੇ ਕਰਨ ਦੇ ਲਈ ਸਭ ਕੁਝ ਕੀਤਾ ਜਾ ਰਿਹਾ? ਨਸ਼ਾ ਮੁੱਦਾ ਨਹੀਂ ਹੈ ਪੰਜਾਬ ਦਾ? ਮੈਂ ਤੁਹਾਨੂੰ ਕਹਿ ਰਿਹਾ ਵੀ ਨਸ਼ਾ ਮੁੱਦਾ, ਜੇ ਅੱਜ ਤੁਸੀਂ ਮਜੀਠੀਆ ਸਾਹਿਬ ਦਾ ਨਾਮ ਲੈਂਦੇ ਹੋ, ਅੱਜ 4.5 ਸਾਲ ਮਜੀਠੀਆ ਸਾਹਿਬ ਤਾਂ ਸਰਕਾਰ 'ਚ ਹੈ ਨਹੀਂ, ਅੱਜ ਨਸ਼ੇ ਦਾ ਮੁੱਦਾ ਖਤਮ ਹੋ ਗਿਆ, ਅੱਜ ਨਸ਼ਾ ਹੈ ਨਹੀਂ ਕਿ ਪੰਜਾਬ ਦੇ ਵਿੱਚ। ਨਹੀਂ ਤੁਸੀਂ ਕਹਿ ਰਹੇ ਹੋ ਨਾ, ਤੁਸੀਂ ਕਹਿ ਰਹੇ ਹੋ ਧਾਲੀਵਾਲ ਸਾਹਿਬ, ਤੁਸੀਂ ਕਹਿ ਰਹੇ ਹੋ ਨਾ ਪੰਜਾਬ ਦਾ ਕਿਹੜਾ ਮਸਲਾ ਹੱਲ ਹੋ ਜੂਗਾ ਇਹਦੇ ਨਾਲ ਜੇ ਮਿਸਟਰ ਮਜੀਠੀਆ ਨੂੰ ਅੰਦਰ ਕਰ ਦਿੰਦੇ ਆ? ਮੈਂ ਤਾਂ ਸਵਾਲ ਕਰ ਰਿਹਾ। ਮੈਂ ਤਾਂ ਉਹੀ ਕਹਿ ਰਿਹਾ ਵੀ ਅੱਜ 4.5 ਸਾਲ ਤੋਂ ਮਜੀਠੀਆ ਸਾਹਿਬ ਪਾਵਰ ਦੇ ਵਿੱਚ ਹੈ ਨਹੀਂ ਕਿ ਨਸ਼ਾ ਬੰਦ ਆ। ਜੇ ਤੁਸੀਂ ਕਹਿੰਦੇ ਹੋ ਮਜੀਠੀਆ ਸਾਹਿਬ ਕਰਕੇ ਨਸ਼ੇ ਦਾ ਮੁੱਦਾ ਵਾ, ਅੱਜ ਉਹ ਪਾਵਰ 'ਚ ਹੈ ਨਹੀਂ। ਜੇ ਮਜੀਠੀਆ ਸਾਹਿਬ ਅੰਦਰ ਰਹਿਣ, ਬਾਹਰ ਰਹਿਣ, ਪੰਜਾਬ 'ਚ ਨਸ਼ਾ ਵਿਕ ਹੀ ਰਿਹਾ ਵਾ, ਉਹਦਾ ਕੀ ਫਰਕ ਪੈਂਦਾ ਉਸ ਗੱਲ ਦਾ? ਚਲੋ ਮੈਂ ਖੋਜ ਜਿਹੜੇ ਮੁੱਦੇ ਲੈ ਕੇ ਸਰਕਾਰ 'ਚ ਆਏ ਸੀ ਉਹ ਮੁੱਦਿਆਂ ਦੀ ਗੱਲ ਕਰਨਾ ਜੀ। ਘਰ ਨੌਕਰੀ ਕਿੱਥੇ ਆ, ਕਰਜ਼ਾ ਮਾਫ ਕਿੱਥੇ ਆ, ਬਿਜਲੀ ਸਸਤੀ ਕਿੱਥੇ ਆ? ਠੀਕ ਮਿਸਟਰ ਆਹਲੂਵਾਲੀਆ। ਹਾਂ ਬੋਲੋ ਮਿਸਟਰ ਆਹਲੂਵਾਲੀਆ। ਦੇਖੋ ਏਦਾਂ ਹੈ ਕਿ ਅਕਾਲੀ ਦਲ ਤਾਂ ਬੜੀ ਵਧੀਆ ਪਾਰਟੀ ਹੈ, ਸਿੱਧਾ ਹੀ ਕਹਿ ਦਿੰਦੇ ਆ ਕਿ ਮਜੀਠੀਆ ਸਾਹਿਬ ਨੇ ਜੇ ਨਸ਼ੇ ਵੇਚੇ ਤੇ ਹੁਣ ਬੰਦ ਹੋ ਗਏ ਕਿ ਨਹੀਂ। ਚਲੋ ਇਨਡਾਇਰੈਕਟਲੀ ਇਹ ਵੀ ਮੰਨ ਗਏ, ਇਹਨਾਂ ਨੇ ਕਈ ਅੱਗੇ ਬੰਦੇ ਬਣਾਤੇ, ਨਸ਼ੇ ਬੰਦ ਤਾਂ ਕਰਨੇ ਪੈਣਗੇ, ਨਾ ਤੁਸੀਂ ਕੀਤੇ ਨਾ ਕਾਂਗਰਸ ਕਰਦੀ ਪਈ ਹੈ। ਪਰ ਜੇ ਇਹਦਾ ਕੋਈ ਸੋਰਸ ਸੀਗਾ, ਜੇ ਫੜਿਆ ਜਾ ਸਕਦਾ ਹੈ, ਜੇ ਉਹਨੂੰ ਫੜਿਆ ਜਾ ਸਕਦਾ ਹੈ ਤੇ ਉਹਨੂੰ ਫੜ ਕੇ ਕਾਂਗਰਸ ਅਗਰ ਅੰਦਰ ਕਰ ਰਹੀ ਹੈ ਤੇ ਕੋਈ ਇਹੋ ਜਿਹੀ ਗੱਲ ਨਹੀਂ। ਤੁਸੀਂ ਘਬਰਾਉਂਦੇ ਕਾਹਨੂੰ? ਤੁਸੀਂ ਅੱਗੇ ਮੈਨੂੰ ਪਤਾ ਕਈ ਸਬ ਡੀਲਰ, ਆਹਲੂਵਾਲੀਆ ਸਾਹਿਬ ਤੁਸੀਂ ਦੋ ਪਾਸੇ ਚੱਲਦੇ ਪਏ, ਇੱਕ ਪਾਸੇ ਉਹਨਾਂ ਨੂੰ ਕਹਿੰਦੇ ਤੁਸੀਂ ਘਬਰਾਉਂਦੇ ਹੋ, ਕੋਈ ਦੂਜੇ ਪਾਸੇ ਤੁਸੀਂ ਕਹਿੰਦੇ ਇਲੈਕਸ਼ਨ ਸਟੰਟ ਹੈ। ਸਰ ਕਿਤੇ ਤਾਂ ਖੜੋ ਨਾ ਆਹਲੂਵਾਲੀਆ ਸਾਹਿਬ। ਨਹੀਂ ਏਦਾਂ ਹੈ, ਮੈਂ ਤੇ ਕਹਿੰਦਾ ਕਿ ਇਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀਗਾ। ਹੁਣ ਜਿਹੜੇ 5 ਦਿਨ ਪਹਿਲਾਂ ਕਰ ਰਹੇ, ਵੈਸੇ ਕੀਤਾ ਸਹੀ ਹੈ ਆਹਲੂਵਾਲੀਆ ਸਾਹਿਬ, ਕੀਤਾ ਸਹੀ ਹੈ, ਟਾਈਮਿੰਗ ਗਲਤ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਮੈਂ ਤਾਂ ਕਹਿੰਦਾ ਵੀ ਇਹ ਤਾਂ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀਗਾ। ਹਾਂ ਮਿਸਟਰ ਖੜਿਆਲ ਬੋਲੋ। ਦੇਖੋ ਪਹਿਲੀ ਗੱਲ ਮੈਂ ਇੱਥੇ ਬੜਾ ਕਲੀਅਰ ਕਰ ਦੇਣਾ ਚਾਹਣਾ ਕਿ ਆਮ ਆਦਮੀ ਪਾਰਟੀ ਐਕਸਪੋਜ਼ ਹੋ ਚੁੱਕੀ ਹੈ। ਤੁਸੀਂ ਆਪ ਦੇਖਿਆ ਕੇਪੀ ਜੀ, ਇੱਕ ਪਾਸੇ ਕਹਿ ਰਹੇ ਡਰਾਮਾ ਹੈ, ਦੂਜੇ ਪਾਸੇ ਕਹਿ ਰਹੇ ਆ ਕਿ ਜਗਦੀਸ਼ ਨੂੰ ਤੁਸੀਂ ਇੱਥੇ ਆਪਣਾ ਵਿਟਨੈਸ ਲੈ ਕੇ ਆ ਜਾਓ। ਜੇ ਡਰਾਮਾ ਫਿਰ ਵਿਟਨੈਸ ਲੈ ਕੇ ਆਉਣ ਦਾ ਮਤਲਬ ਹੀ ਕੋਈ ਨਹੀਂ ਬਣਦਾ ਤੇ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਸਟੈਂਡ ਹੀ ਕੋਈ ਨਹੀਂ। ਇਟਸ ਅ 3 ਲੈਗਡ ਚੇਅਰ। ਖੜਿਆਲ ਸਾਹਿਬ ਤੁਸੀਂ ਵੀ ਨਹੀਂ ਬੋਲਦੇ ਪਏ ਜਗਦੀਸ਼ ਭੋਲੇ ਵਾਲੇ ਸਵਾਲ ਤੇ, ਹੁਣ ਤੁਸੀਂ ਬੋਲ ਪਏ, ਬਾਕੀ ਬੋਲੇ ਤਾਂ
ਉਹ ਤੇ ਵੀ ਆ ਰਿਹਾ। ਮੈਂ ਤੁਹਾਨੂੰ ਦੱਸ ਰਿਹਾ ਜੇ ਮੈਂ ਲੱਗ ਪਿਆ ਤਾਂ ਸਰਕਾਰ ਦੀ ਸਟ੍ਰੈਟਜੀ ਕੰਪਰੋਮਾਈਜ਼ ਹੋ ਜਾਊਗੀ। ਉਹਨੂੰ ਕੋਰਟ ਦੇ ਵਿੱਚ ਜਾਣ ਦੋ। ਚਲੋ ਮੈਂ ਛੋਟਾ ਬ੍ਰੇਕ ਲੈ ਲਵਾਂ ਸਰ, ਮੈਂ ਬ੍ਰੇਕ ਲੈ ਲਵਾਂ, ਫਿਰ ਬ੍ਰੇਕ ਲੈ ਲਵਾਂ, ਮੈਂ ਬ੍ਰੇਕ ਤੋਂ ਬਾਅਦ ਵਾਪਸ ਆ ਜਾਣਾ ਤੁਹਾਡੇ ਕੋਲ। ਆ ਰਿਹਾ ਕਿ ਇਹ ਐਕਸ਼ਨ ਇਲੈਕਸ਼ਨ ਸਟੰਟ ਤਾਂ ਨਹੀਂ, ਅਸੀਂ ਇਹੀ ਸਵਾਲ ਪੁੱਛ ਰਹੇ, ਵਾਪਸ आ रहे। गलत पर्चा हुआ है, आई एम सेइंग सो टुडे। एक फिक्स्ड मैच के चलते गिरफ्तार किया जाएगा। ਸਾਨੂੰ ਤਾਂ ਇਹਦਾ ਪਤਾ ਹੀ ਸੀ। ਸਾਡੇ ਸਬਰ ਦਾ ਇਮਤਿਹਾਨ ਨਾ ਲਓ। ਕਾਨੂੰਨ ਜੋ ਠੀਕ ਸਮਝੇ ਉਹਨੂੰ ਕਰਨਾ ਚਾਹੀਦਾ। ਡਰੱਗਸ ਕੇਸ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੇ ਪਰਚੇ ਦਾ ਭੁਗਤ ਕੀ ਹੈ? ਹਾਂ ਮਿਸਟਰ ਖੜਿਆਲਾ, ਆਪਣੀ ਗੱਲ ਪੂਰੀ ਕਰੋ ਫਟਾਫਟ। ਜੀ, ਸ਼੍ਰੋਮਣੀ ਅਕਾਲੀ ਦਲ ਵਾਲੇ ਮੇਰੇ ਵੀਰ ਪੁੱਛ ਰਹੇ ਸੀਗੇ ਕਿ ਪੰਜਾਬ ਦਾ ਫਾਇਦਾ ਕਿਵੇਂ ਹੋਊਗਾ ਇਹ ਚੀਜ਼ ਕਰਕੇ। ਪਹਿਲੀ ਗੱਲ ਤਾਂ ਪੰਜਾਬ ਦਾ ਬਹੁਤ ਫਾਇਦਾ ਹੋਊ, ਬਿਕੋਜ਼ ਪੰਜਾਬ ਨੂੰ ਪਤਾ ਲੱਗੂਗਾ ਕਿ ਨੋਬਡੀ ਇਜ਼ ਅਬਵ ਦ ਲਾਅ। ਚਾਹੇ ਵੱਡੀ ਮੱਛੀ ਹੋਵੇ, ਚਾਹੇ ਆਮ ਇਨਸਾਨ ਹੋਵੇ, ਚਾਹੇ ਵੀਵੀਆਈਪੀ ਹੋਵੇ, ਜੇ ਗਲਤ ਕੀਤਾ ਤਾਂ ਉਹਨੂੰ ਉਹਦੀ ਸਜ਼ਾ ਮਿਲੂਗੀ ਜੋ ਬਣਦੀ ਹੈ। ਦੂਜੀ ਚੀਜ਼, ਇਹਨਾਂ ਨੇ ਕਿਹਾ ਕਿ ਆਪਣਾ ਪੰਜਾਬ ਸਰਕਾਰ ਨੇ ਕੀਤਾ ਕਿ ਡਰੱਗਸ ਕੇਸਿਸ ਦੇ ਵਿੱਚ 76000 ਕੇਸ ਅਸੀਂ ਰਜਿਸਟਰ ਕੀਤਾ, ਡਰੱਗ ਪੈਡਲਰਸ ਖਿਲਾਫ, ਅਫੈਂਡਰਸ ਖਿਲਾਫ ਨਹੀਂ, ਯੂਜ਼ਰਸ ਖਿਲਾਫ ਨਹੀਂ, ਬਾਹਰੋਂ ਫੜ ਕੇ ਲੈ ਕੇ ਆਏ ਤੇ ਮੇਕ ਸ਼ੋਰ ਕੀਤਾ ਕਿ ਡੈਥ ਪੈਨਲਟੀ, ਸਜ਼ਾਏ ਮੌਤ ਦੀ ਮੰਗ ਕੀਤੀ ਸੀ ਫਸਟ ਟਾਈਮ ਅਫੈਂਡਰ ਲਈ। ਲਾਸਟ ਬਟ ਨਾਟ ਦ ਲੀਸਟ, ਕੇਜਰੀਵਾਲ ਸਾਹਿਬ ਤਾਂ ਦੇਖੋ ਇਹਨਾਂ ਦਾ ਤਾਂ ਆਪਣਾ ਹਿਸਟਰੀ ਹੈ ਆਮ ਆਦਮੀ ਪਾਰਟੀ ਵਾਲਿਆਂ ਦੀ, ਨਾ ਇਹਨਾਂ ਦੇ ਐਮਐਲਏ ਆਪਦੇ ਰਹੇ, ਨਾ ਕੇਜਰੀਵਾਲ ਨੇ ਪਹਿਲਾਂ ਆਪਣਾ ਐਲੀਗੇਸ਼ਨ ਤਾਂ ਲਾਤਾ, ਬਾਅਦ ਚ ਮਾਫੀ ਮੰਗ ਲਈ, ਹੁਣ ਕਹਿ ਰਹੇ ਆ ਕਿ ਕੇਸਿਸ ਬਹੁਤ ਹੋ ਗਏ ਤਾਂ ਮੰਗਣੀ ਪਈ। ਜੇ ਏਡਾ ਹੀ ਚੱਕਰ ਹੁੰਦਾ, ਕੇਸਿਸ ਨਹੀਂ ਹੈਂਡਲ ਹੁੰਦੇ ਤਾਂ ਪਹਿਲਾਂ ਨਾ ਬਿਆਨਬਾਜ਼ੀ ਕਰਿਆ ਕਰੋ। ਜਿਹੜੇ ਬਿਆਨ ਨੂੰ ਬੈਕ ਹੀ ਨਹੀਂ ਕਰ ਸਕਦੇ, ਜਿਹਦੇ ਤੇ ਸਟੈਂਡ ਹੀ ਨਹੀਂ ਲੈ ਸਕਦੇ, ਇੱਥੋਂ ਤਾਂ ਪਤਾ ਲੱਗਦਾ ਦੋਗਲੀ ਰਾਜਨੀਤੀ ਕਰਦੇ ਹੋ। ਐਟ ਦ ਸੇਮ ਟਾਈਮ ਪੰਜਾਬ ਦਾ ਬਣਦਾ ਇਨਸਾਫ ਕਾਂਗਰਸ ਨੇ ਦਵਾਇਆ ਤੇ ਅੱਗੇ ਵੀ ਦਵਾਉਂਦੇ ਰਵਾਂਗੇ। ਖੜਿਆਲ ਸਾਹਿਬ, ਕਿ ਤੁਸੀਂ ਇਹ ਜਿਹੜੇ ਡਾਟੇ ਗਿਣਾ ਰਹੇ ਹੋ ਇਹ ਕੈਪਟਨ ਅਮਰਿੰਦਰ ਸਿੰਘ ਦੀ ਰਜੀਮ ਵੇਲੇ ਦੇ ਆ, ਜਿੱਥੇ ਤੱਕ ਮੈਨੂੰ ਯਾਦ ਆ, ਉਹ ਵੀ ਵਾਰ-ਵਾਰ ਗਿਣਾਉਂਦੇ ਆ, ਪਰ ਉਹੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਇਹ ਗਲਤ ਐਫਆਈਆਰ ਹੋਈ ਹੈ। ਹੁਣ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ ਨਾਲ ਖੜੀ ਹੈ ਕਿ ਨਹੀਂ ਖੜੀ? ਪਹਿਲਾਂ ਤਾਂ ਸਾਰੇ ਗਿਣਾਤੇ ਵੀ ਇੰਨੇ ਮਾਮਲੇ ਹੀ ਦਰਜ ਕੀਤੇ, ਆਹ ਹੀ ਲਿੰਕ ਲੱਭਿਆ, ਉਹ ਲੱਭਿਆ। ਨੰਬਰ 1, ਕਾਈਂਡਲੀ ਇੱਕ ਚੀਜ਼ ਦੇਖੋ ਕੈਪਟਨ ਅਮਰਿੰਦਰ ਸਿੰਘ ਆਪ ਤਾਂ ਨਹੀਂ ਫੜ ਕੇ ਲਿਆਉਂਦੇ ਸੀ ਰੋਮ ਤੋਂ ਜਾਂ ਯੂਐਸ ਤੋਂ ਜਾਂ ਆਸਟ੍ਰੇਲੀਆ ਤੋਂ ਜਿਹੜੇ ਡਰੱਗ ਅਕਿਊਜ਼ ਸੀਗੇ। ਪੁਲਿਸ ਆਂਦੀ ਸਾਡੀ, ਤੇ ਪੁਲਿਸ ਕੋਈ ਸੀ ਇਕੱਲੇ ਬੰਦੇ ਦੀ ਥੋੜੀ ਹੁੰਦੀ ਹੈ, ਪੂਰੀ ਸਰਕਾਰ ਦੀ ਹੁੰਦੀ ਹੈ। ਪੁਲਿਸ ਦੀ ਆਪਦੀ ਜੌਬ ਹੈ। ਸੀਐਮ ਸਾਹਿਬ ਨੇ ਇਕੱਲੇ ਨੇ ਥੋੜੀ ਸਭ ਕੁਝ ਕੀਤਾ, ਲੇਕਿਨ ਇਹ ਕੇਸਿਸ ਹੋਏ ਆ, ਰਜਿਸਟਰ ਇਹ ਸਭ ਕੁਝ ਹੋਇਆ। ਲੇਕਿਨ ਖੜਿਆਲ ਸਾਹਿਬ, ਪੁਲਿਸ ਇੰਡੀਪੈਂਡੈਂਟ ਹੈ ਸਰ। ਖੜਿਆਲ ਸਾਹਿਬ, ਤੁਸੀਂ ਆਪ ਹੀ ਕਹਿ ਰਹੇ ਹੋ ਪੁਲਿਸ ਅਫਸਰ ਡਰਦੇ ਰਹੇ, ਮੈਨੂੰ ਇਹੀ ਚੀਜ਼ ਦਾ ਸਮਝ ਨਹੀਂ ਆ ਰਹੀ ਸਰ। ਡਰਦੇ ਕਹਿੰਦੇ ਤੂੰ ਪੋਲੀਟੀਕਲ ਪ੍ਰੈਸ਼ਰ ਹੈ? ਡਰਦੇ ਉਹ ਲੀਡਰ ਤੋਂ ਹੈ ਜਿਹੜਾ ਕਹਿੰਦਾ ਹੈ ਕਿ ਮੈਂ ਲਾਲ ਡੈਰੀ 'ਚ ਨਾਮ ਲਿਖ ਲਿਆ, ਮੈਂ ਪੀਲੀ ਡੈਰੀ 'ਚ ਨਾਮ ਲਿਖ ਲਿਆ। ਉਹ ਲੀਡਰ ਤੋਂ ਡਰਦੇ ਬਿਕੋਜ਼ ਉਹ ਡਰਾਉਂਦਾ, ਉਹਦੀ ਕੋਸ਼ਿਸ਼ ਹੁੰਦੀ ਹੈ। ਬਟ ਲਾਸਟ ਚੀਜ਼ ਇਹ ਕਹਿ ਰਿਹਾ, ਜੋ ਕੈਪਟਨ ਸਾਹਿਬ ਨੇ ਕਿਹਾ ਉਹਨਾਂ ਦੇ ਬਿਆਨ ਤੋਂ ਮੈਂ ਸਹਿਮਤ ਨਹੀਂ। ਉਹਨਾਂ ਨੂੰ ਤਾਂ ਕਿੱਥੇ ਦਾ ਉਹ ਆਪ ਕਹਿੰਦੇ ਹੁੰਦੇ ਸੀ ਮਜੀਠੀਆ ਨੂੰ ਫੜ ਕੇ ਅੰਦਰ ਦਊਂਗਾ, ਕਿੱਥੇ ਅੱਜ ਹੀ ਆਪਦੇ ਆਪ ਨੂੰ ਹੀ ਉਹ ਕੰਟਰਾਡਿਕਟ ਕਰ ਰਹੇ ਆ। ਤਾਂ ਇੱਥੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਦਾ ਵੀ ਸਟੈਂਡ ਸਹੀ ਨਹੀਂ ਹੈਗਾ, ਉਹ ਇੱਕ ਡੋਲਦੇ ਰਹਿੰਦੇ ਆ। ਚਲੋ ਧਾਲੀਵਾਲ ਸਾਹਿਬ, ਪੰਜਾਬ ਪੁਲਿਸ ਕਮਜ਼ੋਰ ਹੈ ਜਿਹੜੀ ਡਰ ਜੂਗੀ? ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਇਹ ਕਹਿੰਦੇ ਵੀ ਕੈਪਟਨ ਸਾਹਿਬ ਕੱਲੇ ਥੋੜ੍ਹਾ ਫੜ ਕੇ ਲਿਆਂਦੇ ਵੀ ਅਫਸਰ ਪੰਜਾਬ ਪੁਲਿਸ ਫੜ ਕੇ ਲੈ ਕੇ ਆਉਂਦੇ ਹੁੰਦੇ ਸੀ। ਜਿੰਨੇ ਕੈਪਟਨ ਸਾਹਿਬ ਦੇ ਲਾਏ ਹੋਏ ਅਫਸਰ ਆ ਉਹ ਤਾਂ ਸਾਰੇ ਚੱਕ ਕੇ ਤੁਸੀਂ ਖੁੱਡੇ ਲੈਣ ਲਾਏ ਵੀ ਇਹ ਕੰਮ ਨਹੀਂ ਕਰਦੇ ਸੀਗੇ। ਸਾਰੇ ਅਫਸਰ ਤੁਸੀਂ ਆਪਦੇ ਲਾਏ, ਪਿਛਲੇ 2 ਮਹੀਨਿਆਂ ਤੋਂ ਕਰ ਕੀ ਰਹੇ ਹੋ, ਅਫਸਰ ਹੀ ਚੇਂਜ ਕਰ ਰਹੇ ਹੋ, ਹੁਣ ਤੁਸੀਂ ਕਰ ਕੀ ਰਹੇ ਹੋ? ਕੈਪਟਨ ਸਾਹਿਬ ਦਾ ਆਪ ਪਟਿਆਲੇ ਜੋ ਕੁਝ ਤੁਸੀਂ ਕੈਪਟਨ ਸਾਹਿਬ ਦੇ ਅਫਸਰ ਚੰਗੇ ਸੀਗੇ ਧਾਲੀਵਾਲ ਸਾਹਿਬ, ਕੈਪਟਨ ਸਾਹਿਬ ਦੇ ਅਫਸਰ ਚੰਗੇ ਸੀ ਜਿਹੜੇ ਪਹਿਲਾਂ ਲੱਗੇ ਹੋਏ ਸੀ। ਨਹੀਂ, ਮੈਂ ਤਾਂ ਇਹਨਾਂ ਦੀ ਗੱਲ ਕਰ ਰਿਹਾ ਨਾ ਵੀ ਇਹ ਕਹਿੰਦੇ ਵੀ ਅਫਸਰ ਸਾਡੇ ਨਹੀਂ, ਆਪਾਂ ਸਾਰੇ ਇਹ ਵੀ ਸਵਾਲ ਦਾ ਜਵਾਬ ਦੇ ਦਈਏ ਨਾ, ਇਹਨਾਂ ਨੂੰ ਛੱਡੋ ਨਾ ਤੁਸੀਂ। ਕੈਪਟਨ ਅਮਰਿੰਦਰ ਸਿੰਘ ਦੇ ਲਾਏ ਹੋਏ ਅਫਸਰ ਚੰਗੇ ਸੀਗੇ? ਮੈਂ ਕਹਿੰਦਾ ਵੀ ਜਿਹੜਾ ਵੀ ਅਫਸਰ ਲਾਅ ਨੂੰ ਫੋਲੋ ਕਰਦਾ ਉਹ ਚੰਗਾ ਵਾ, ਭਾਵੇਂ ਕੈਪਟਨ ਲਾਇਆ ਭਾਵੇਂ ਇਹਨਾਂ ਨੇ ਲਾਇਆ, ਪਰ ਜਿਹੜੇ ਲਾਅ ਨੂੰ ਨਹੀਂ ਫੋਲੋ ਕਰਦੇ ਉਹ ਮਾੜੇ ਆ। ਚਟੋਪਧਿਆਏ ਜੀ ਲਾਅ ਨੂੰ ਫੋਲੋ ਨਹੀਂ ਕਰਦੇ? ਜੇ ਲਾਅ ਨੂੰ ਫੋਲੋ ਕਰਦੇ ਹੁਣ ਤਾਂ ਹਾਈ ਕੋਰਟ 'ਚ ਜਾ ਕੇ ਇਹਨਾਂ ਨੂੰ ਕਿਵੇਂ ਰਿਜੈਕਟ ਕਰਨ? ਪਟਿਆਲੇ ਵਾਲਾ ਮੇਅਰ ਹਾਈ ਕੋਰਟ 'ਚ ਜਾ ਕੇ ਕਿਵੇਂ ਬਹਾਲ ਹੋ ਗਿਆ? ਰਾਜੇ ਵੜਿੰਗ ਦੀ ਬੱਸ ਕੀਤੀ ਹੈ, ਬੰਦ ਕੀਤੀ ਹੈ, ਬੱਸਾਂ ਕਿਵੇਂ ਬਹਾਲ ਹੋ ਗਈਆਂ ਹਾਈ ਕੋਰਟ 'ਚ? ਸੁਪਰੀਮ ਕੋਰਟ ਨੇ ਇੱਥੇ ਤਾਂ ਕਹਿਤਾ ਵੀ ਰਾਜਨੀਤੀ ਸਰ ਇੱਕ ਮਿੰਟ ਧਾਲੀਵਾਲ ਸਾਹਿਬ, ਇਸ ਤੋਂ ਪਹਿਲਾਂ ਵੀ ਏਜੀ ਆਫਿਸਰ ਸਵਾਲਾਂ ਦੇ ਕਟਹਿਰੇ 'ਚ ਖੜਾ ਰਿਹਾ, ਹੁਣ ਵੀ ਤੁਸੀਂ ਏਜੀ ਤੇ ਸਵਾਲ ਚੁੱਕਦੇ ਪਏ ਹੋ, ਡੀਜੀਪੀ ਤੇ ਸਵਾਲ ਚੁੱਕਦੇ ਪਏ ਹੋ। ਸਰ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਇਹਨਾਂ ਦੀ ਬਣਾਈ ਹੋਈ ਸੈੱਟ ਜਦੋਂ ਵੀ ਕੋਰਟ 'ਚ ਜਾਂਦੀ ਆ, ਕੁੰਵਰ ਵਿਜੇ ਪ੍ਰਤਾਪ ਵੇਲੇ ਵੀ ਇਹ ਕਹਿੰਦੇ ਹੁੰਦੇ ਸੀ ਬੜਾ ਇਮਾਨਦਾਰ ਅਫਸਰ ਆ, ਸਾਰੇ ਕਾਂਗਰਸ ਦੇ ਲੀਡਰ ਸਟੇਟਮੈਂਟ ਦਿੰਦੇ ਸੀ ਵੀ ਇਹਨਾਂ ਨੂੰ ਇਮਾਨਦਾਰ ਕੋਈ ਹੈ ਹੀ ਨਹੀਂ। ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਸੀ ਵੀ ਰਾਜਨੀਤੀ ਹੋਊਗੀ, ਹੁਣ ਇਹ ਸਾਰੇ ਕਹਿੰਦੇ ਵੀ ਸਾਨੂੰ ਮਿਸਗਾਈਡ ਕੀਤਾ। ਚਲੋ ਤੁਸੀਂ ਇਨਕੁਆਇਰੀ ਲਈ ਤਿਆਰ ਹੋ? ਮੈਂ ਕਿਹਾ ਜੀ ਪਹਿਲਾਂ ਵੀ ਤਿਆਰ ਸੀ, ਹੁਣ ਵੀ ਤਿਆਰ ਆ, ਤਿਆਰ ਰਵਾਂਗੇ, ਪਰ ਜਿਹੜੇ ਅਫਸਰ ਤੇ ਲੀਡਰ ਇਹੋ ਜਿਹਾ ਕੁਝ ਕਰ ਰਹੇ ਉਹ ਵੀ ਤਿਆਰ ਰਹਿਣ। ਚਲੋ ਉਹ ਵੀ ਤਿਆਰ ਰਹਿਣ। ਹਾਂ ਮਿਸਟਰ ਆਲੂਵਾਲੀਆ, ਲਾਸਟ ਕਮੈਂਟ ਆਮ ਆਦਮੀ ਪਾਰਟੀ ਦਾ ਇਸ ਪਰਚੇ ਦਾ ਭਵਿੱਖ ਕੀ ਹੈ? ਆਲੂਵਾਲੀਆ ਸਾਹਿਬ
ਵੀਕ ਕੇਸ ਹੈ। ਸਾਡੇ ਵਕੀਲ ਸਾਹਿਬ ਨੇ ਤੁਹਾਨੂੰ ਦੱਸਿਆ ਪਹਿਲਾਂ ਵੀ, ਅਸੀਂ ਇਹ ਮੰਨਦੇ ਹਾਂ ਡਿਲੇ ਹੋਇਆ ਹੈ। ਕਾਂਗਰਸ ਵਾਲਿਆਂ ਨੇ ਦੱਸਿਆ ਫਿਕਸਡ ਮੈਚ ਹੈ। ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਇੰਨੀ ਡਿਲੇ ਕਰਿਆ, ਉੱਤੋਂ ਕੇਸ ਨੂੰ ਇੰਨਾ ਡਲ ਬਣਾਇਆ ਜਾਣ ਕੇ ਇਹਨਾਂ ਨੇ। ਇਹ ਫਿਕਸ ਤਾਂ ਮਿਲੇ ਹੋਏ ਹੈ। ਬਾਕੀ ਅਕਾਲੀ ਦਲ ਜਿਹੜੇ ਹੈਗੀ ਹੈ ਇਹਨਾਂ ਉਹ ਕਰੀਏ, ਤੇ ਇਹਨਾਂ ਦਾ ਪਤਾ ਹੀ ਹੈ, ਸਾਰਿਆਂ ਨੂੰ ਪਤਾ ਵੀ ਇਹ ਟ੍ਰੇਡਰਸ ਹੈਗੇ ਨੇ, ਇਹਨਾਂ ਨੇ ਕੰਮ ਨਹੀਂ। ਜੇ ਤੁਹਾਡੀ ਅਲਵਾਲੇ ਸਾਹਿਬ ਜੇ ਤੁਹਾਡੀ ਸਰਕਾਰ ਆ ਗਈ 2022 ਦੇ ਵਿੱਚ, ਤੁਹਾਡੀ ਸਰਕਾਰ ਆ ਗਈ ਅਲਵਾਲੇ ਸਾਹਿਬ 2022 ਦੇ ਵਿੱਚ, ਤੁਹਾਡਾ ਐਕਸ਼ਨ ਪਲਾਨ ਕੀ ਹੋਊਗਾ? ਕਿਹੜਾ ਕੇਸ ਤੁਸੀਂ ਚੱਕੋਗੇ? ਇਹੀ ਬਨੂੜ ਵਾਲਾ ਕੇਸ ਜਾਂ ਕੋਈ ਹੋਰ ਕੇਸ ਹੈ ਤੁਹਾਡੇ ਕੋਲੇ? ਕੋਈ ਬਲੂਪ੍ਰਿੰਟ ਤਾਂ ਤਿਆਰ ਕੀਤਾ ਹੋਊਗਾ ਤੁਸੀਂ? ਨਹੀਂ, ਬਲੂਪ੍ਰਿੰਟ ਤਾਂ ਇਦਾਂ ਹੈ, ਸਾਰੇ ਕਾਗਜ਼ਾਂ ਦੇ ਉੱਤੇ ਸਾਰਾ ਕੁਝ ਪਲੈਨਿੰਗ ਹੈਗੀ ਹੈ। ਉਹ ਮੌਕੇ ਤੇ ਆ ਕੇ ਦੱਸਾਂਗੇ ਵੀ, ਚੱਕਾਂਗੇ ਵੀ, ਔਰ ਸਟਰੋਂਗ ਕੇਸ ਬਣਾਵਾਂਗੇ। ਇਹਨਾਂ ਦੇ ਫਿਕਸ ਮੈਚ ਜਿਹੜੇ ਕਰਦੇ ਆ ਨਾ ਕਾਂਗਰਸ ਤੇ ਅਕਾਲੀ 70 ਸਾਲਾਂ ਤੋਂ ਫਿਕਸ ਕਰਦੇ ਪਏ ਆ, ਨੇ ਫਿਕਸ ਕਰਦੇ ਰਹਿਣਗੇ। ਇਹਨਾਂ ਨੂੰ 2022 ਚ ਜਵਾਬ ਵੀ ਦੇਵਾਂਗੇ, ਕਾਂਗਰਸ ਤੇ ਹੀ ਪਾਵਾਂਗੇ, ਤੇ ਹੀ ਪਾਵਾਂਗੇ ਜਿਹੜੇ ਗਲਤ ਕੰਮ ਕੀਤੇ ਇਹਨਾਂ ਨੇ। ਚਲੋ ਬਾਠ ਸਾਹਿਬ, ਇਸ ਪੂਰੇ ਮਾਮਲੇ ਦੇ ਵਿੱਚ ਹੁਣ ਜਿਹੜਾ ਕੈਨੇਡੀਅਨ ਲਿੰਕ ਹੈ ਉਹਨੂੰ ਵੀ ਖੰਗਾਲਿਆ ਜਾਊਗਾ, ਕਾਜ਼ ਡਿਟੇਲ ਹੈ, ਇਹ ਵੀ ਪੁੱਛਿਆ ਜਾਊਗਾ। ਜਿਹੜੇ ਈਡੀ ਨੇ ਸਵਾਲ ਕੀਤੇ ਹੋਏ, ਪਹਿਲਾਂ ਮੈਂ ਟੈਕਨੀਕਲ ਸਵਾਲ ਕਰ ਰਿਹਾ ਮਿਸਟਰ ਬਾਠ ਤੋਂ, ਈਡੀ ਨੇ ਜਿਹੜੇ ਸਵਾਲ ਕੀਤੇ ਹੋਏ ਆ ਉਹਨਾਂ ਸਵਾਲਾਂ ਨੂੰ ਦੁਬਾਰਾ ਟਟੋਲਿਆ ਜਾਊਗਾ ਜਿਨ੍ਹਾਂ ਦੇ ਜਵਾਬ ਮਿਸਟਰ ਮਜੀਠੀਆ ਨੇ ਦਿੱਤੇ ਹੋਏ ਆ। ਦੇਖੋ ਜੀ KP ਸਿੰਘ ਜੀ, ਪਹਿਲਾਂ ਤਾਂ ਮੈਂ ਇਹ ਕਲੈਰੀਫਾਈ ਕਰ ਦਵਾਂ ਕਿ ਜਦੋਂ ਮੈਂ ਕਹਿੰਦਾ ਨਾ ਵੀ ਅਜੇ ਕਮਜ਼ੋਰ ਕਿਸਮ ਦਾ ਕੇਸ ਹੈ, ਉਹ ਮੈਂ ਕਹਿ ਰਿਹਾ ਕਿ ਇਸ ਸਟੇਜ ਦੇ ਉੱਤੇ, ਬਾਕੀ ਜਿਹੜਾ ਵਾ ਪ੍ਰਾਈਮਾ ਫੇਸੀ ਜਿਹਨੂੰ ਕਹਿੰਦੇ ਆ ਮੁੱਢਲੇ ਤੌਰ ਦੇ ਉੱਤੇ, ਬਾਕੀ ਸਾਰਾ ਕੁਝ ਡਿਪੈਂਡ ਕਰਦਾ ਵਾ ਇਨਵੈਸਟੀਗੇਸ਼ਨ ਦੇ ਉੱਤੇ। ਜੇ ਇਫੈਕਟਿਵ ਇਨਵੈਸਟੀਗੇਸ਼ਨ ਹੁੰਦੀ ਹੈ, ਜੇ ਉਹਦੇ ਪੂਰੇ ਸਰਕਮਸਟੈਂਸਿਸ ਜਿਹੜੇ ਆ ਉਹ ਖੋਲੇ ਜਾਂਦੇ ਆ, ਕੈਨੇਡੀਅਨ ਲਿੰਕ ਹੋ ਗਿਆ, ਚਾਹੇ ਜਿਹੜਾ ਵਾ ਸੱਤੇ ਦਾ ਲਿੰਕ ਹੋ ਗਿਆ, ਚਾਹੇ ਕਾਲੂ ਦਾ ਲਿੰਕ ਹੋ ਗਿਆ, ਚਾਹੇ ਜਿਹੜੇ ਜਗਦੀਸ਼ ਭੁੱਲੇ ਦਾ ਲਿੰਕ ਹੋ ਗਿਆ, ਇਹ ਸਾਰੇ ਕੁਝ ਜਿਹੜੇ ਆ ਉਹਨਾਂ ਕੋਲ ਕੁਝ ਐਵੀਡੈਂਸ ਹੈ ਔਰ ਸਾਰਾ ਕੁਝ ਇਹਨਾਂ ਕੋਲੇ ਮਿਲ ਸਕਦਾ ਵਾ। ਡਿਪੈਂਡ ਕਰਦਾ ਕਿ ਕਿੰਨੀ ਕਿੰਨਾ ਦੀ ਪੋਲੀਟੀਕਲ ਵਿਲ ਹੈ ਕਿ ਇਸ ਮੈਂ ਥੋੜਾ ਹੋਰ ਸਵਾਲ ਕਰ ਲਾਂ, ਐਡ ਕਰ ਲਾਂ ਵਿੱਚ। ਹਾਂਜੀ, ਜਦੋਂ ਮੰਨ ਲਓ ਚੋਣ ਜਾਬਤਾ ਲੱਗ ਗਿਆ ਤੇ ਇਹ ਕਾਰਵਾਈ ਚੱਲਦੀ ਪਈ ਹੈ, ਉਸ ਕਾਰਵਾਈ ਤੇ ਕੋਈ ਅਸਰ ਪਊਗਾ? ਨਹੀਂ ਜੀ, KP ਸਿੰਘ ਜੀ, ਕਿਸੇ ਵੀ ਜਿਹੜੀ ਇਨਵੈਸਟੀਗੇਸ਼ਨ ਹੈ, ਕ੍ਰਿਮੀਨਲ ਕੇਸ ਦੀ ਇਨਵੈਸਟੀਗੇਸ਼ਨ ਹੈ, ਉਹਦੇ ਤੇ ਕੋਡ ਆਫ ਕੰਡਕਟ ਕਿਸੇ ਤਰ੍ਹਾਂ ਦਾ ਵੀ ਕੋਈ ਲਾਗੂ ਨਹੀਂ। ਜੇ ਅਕਾਲੀ ਦਲ ਲਿਖ ਕੇ ਦਿੰਦਾ ਇਲੈਕਸ਼ਨ ਕਮਿਸ਼ਨ, ਮੈਂ ਕਹਿੰਦਾ ਜੀ ਜਿਹੜਾ ਮਰਜ਼ੀ ਲਿਖ ਕੇ ਦੇ ਜਾਵੇ, ਕੋਈ ਵੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈ, ਕੋਈ ਵੀ ਜਿਹੜੀ FIR ਉਹ ਪਹਿਲਾਂ ਦਰਜ ਹੋਈ ਹੈ ਔਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ, ਈਵਨ ਕਿ ਜਿਹੜਾ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਹੈ ਨੇ ਕਿ ਇਨਵੈਸਟੀਗੇਸ਼ਨ ਜੇ ਹਾਈ ਕੋਰਟ 'ਚ ਕੇਸ ਆ ਵੀ ਜਾਂਦਾ ਹੈ ਕਿ ਅਸੀਂ ਇਨਵੈਸਟੀਗੇਸ਼ਨ ਜਿਹੜੀ ਕੇਸ ਦੀ ਹੈ ਉਹ ਨਹੀਂ ਰੋਕ ਸਕਦੇ। ਹਾਂ, ਅਸੀਂ ਇਹ ਕਹਿ ਸਕਦੇ ਹਾਂ ਕਿ ਚਲਾਨ ਨਾ ਦਿੱਤਾ ਜਾਵੇ ਜਿੰਨਾ ਚਿਰ ਤੱਕ ਹਾਈ ਕੋਰਟ ਜਾਂ ਸੁਪਰੀਮ ਕੋਰਟ 'ਚ ਕੇਸ ਪੈਂਡਿੰਗ ਹੈ। ਚਲੋ, ਮਿਸਟਰ ਮਜੀਠੀਆ ਦੇ ਇਲੈਕਸ਼ਨ ਲੜਨ ਤੇ ਕੋਈ ਖਤਰਾ ਹੈਗਾ ਇਸ ਕੇਸ ਨਹੀਂ, ਇਸ ਕੇਸ ਤੇ ਰਜਿਸਟਰ ਹੋਣ ਦੇ ਨਾਲ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਬਾਰ ਨਹੀਂ ਬਣ ਜਾਂਦੀ ਹੈ। ਉਹ ਇਲੈਕਸ਼ਨ ਜਿਹੜਾ ਵਾ ਲੜ ਸਕਦਾ ਵਾ, ਆਪਣੇ ਪੇਪਰ ਜਿਹੜੇ ਆ ਫਾਈਲ ਕਰ ਸਕਦਾ ਸਿੱਧੇ ਤੌਰ ਦੇ ਉੱਤੇ, ਜਾਂ ਆਪਣੇ ਅਥੋਰਾਈਜ਼ਡ ਰਿਪਰੈਜ਼ੈਂਟੇਟਿਵ ਦੇ ਰਾਹੀਂ ਕੇਸ ਜਿਹੜੇ ਆਪਣੇ ਨੋਮੀਨੇਸ਼ਨ ਪੇਪਰ ਜਿਹੜੇ ਆ ਉਹ ਫਾਈਲ ਕਰ ਸਕਦਾ ਹੈ। ਪਰ ਮੈਂ ਜਿਹੜੀ ਕਹਿਣੀ ਚਾਹੁੰਦਾ ਕਿ ਡਿਪੈਂਡ ਕਰਦਾ ਕਿ ਪੋਲੀਟੀਕਲ ਵਿਲ ਵਾਕਿਆ ਇਹ ਹੈ ਜਾਂ ਇਸ ਨੂੰ ਸਿਰਫ ਜਿਹੜਾ ਵਾ ਇਸ ਸਟੇਜ ਦੇ ਤੇ, ਕਿਉਂਕਿ ਇਲੈਕਸ਼ਨ ਆ ਰਹੀ ਹੈ ਔਰ ਇੱਕ ਡਰੱਗਸ ਦਾ ਬਹੁਤ ਵੱਡਾ ਇਸ਼ੂ ਪਿਛਲੇ ਇਲੈਕਸ਼ਨਾਂ ਦੇ ਵਿੱਚ ਸੀ, ਜਿਹਦੇ ਵਿੱਚ ਅਮਰਿੰਦਰ ਸਿੰਘ ਨੂੰ ਸਹੁੰ ਚੁੱਕਣੀ ਪਾਈ ਸੀ ਤਲਵੰਡੀ ਸਾਬੋ ਗੁਰਦੁਆਰਾ ਸਾਹਿਬ ਵੱਲੇ ਕਰਕੇ, ਗੁਟਕਾ ਸਾਹਿਬ ਰੱਖ ਕੇ ਕਿ ਅਸੀਂ ਜਿਹੜਾ ਵਾ 4 ਹਫ਼ਤੇ 'ਚ ਇਹ ਡਰੱਗਸ ਖਤਮ ਕਰਾਂਗੇ, ਔਰ ਉਹ ਇਸ਼ੂ ਲਮਕਦਾ ਹੁਣ ਲਾਸਟ ਸਟੇਜ ਤੇ ਹੈ। ਇਹ ਲਾਸਟ ਮੌਕਾ ਮੈਂ ਸਮਝਦਾ ਕਿ ਇਸ ਗਵਰਨਮੈਂਟ ਲਈ ਇਹ ਦੋਨੋਂ ਹੀ ਵਰਤਣਗੇ, ਅਕਾਲੀ ਦਲ ਸੁਖਬੀਰ ਹਮਦਰਦੀ ਵਾਲਾ ਡਿਬੇਟ ਖਤਮ ਕਰਨੀ ਹੈ। ਇਹ ਕਿਸਾਨੀ ਮਸਲੇ ਨੂੰ ਤੇ ਜਿਹੜੇ ਬੇਅਦਬੀ ਦੀਆਂ ਕੋਸ਼ਿਸ਼ਾਂ ਵਾਲੇ ਮਸਲੇ ਆ ਉਹਨਾਂ ਨੂੰ ਪਾਸੇ ਕਰਨ ਦੇ ਲਈ ਇਹ ਸਭ ਕੁਝ ਤਾਂ ਨਹੀਂ ਲਿਆਂਦਾ ਜਾ ਰਿਹਾ? ਦੇਖੋ, ਇਹਦੇ ਪਿੱਛੇ ਜਿਹੜੀ ਕੀ ਪੋਲੀਟੀਕਲ ਬੈਕਗਰਾਉਂਡ ਕੀ ਹੈ ਉਹਦੇ ਬਾਰੇ ਤਾਂ ਮੈਂ ਨਹੀਂ ਕੁਝ ਕਹਿ ਸਕਦਾ, ਪਰ ਮੈਨੂੰ ਇਸ ਸਟੇਜ ਦੇ ਉੱਤੇ ਲੱਗਦਾ ਕਿ ਸ਼ਾਇਦ ਕਿਸਾਨੀ ਦੇ ਨਾਲ ਔਰ ਦੂਸਰਿਆਂ ਦੇ ਨਾਲ ਸੰਬੰਧਿਤ ਨਹੀਂ, ਕਿਉਂਕਿ ਇੱਕ ਵੱਡਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਜਾਂ ਸਰਗਨੇ ਨੇ ਉਹਨਾਂ ਤੇ ਅਸੀਂ ਜਿਹੜਾ ਵਾ ਕੇਸ ਬਣਾਵਾਂਗੇ, ਅੰਦਰ ਸੁੱਟਾਂਗੇ। ਹੁਣ ਤੱਕ ਸਿੱਧੂ ਸਾਹਿਬ ਵੀ ਕਹਿੰਦੇ ਆਏ ਨੇ, ਤੋਂ ਇੱਕ ਲੋਕਾਂ 'ਚ ਜਾਣ ਦੀ ਗੱਲ ਆ ਕਿ ਵੇਖੋ ਅਸੀਂ ਆਪਣਾ ਵਾਅਦਾ ਜਿਹੜਾ ਵਾ ਉਹ ਪੂਰਾ ਕਰ ਦਿੱਤਾ। ਚਲੋ, ਬਹੁਤ ਧੰਨਵਾਦ ਮਿਸਟਰ ਬਾਠ ਤੁਹਾਡਾ, ਮਿਸਟਰ ਧਾਲੀਵਾਲ ਤੁਹਾਡਾ ਬਹੁਤ ਧੰਨਵਾਦ, ਮਿਸਟਰ ਖੜਿਆਲ ਤੁਹਾਡਾ ਬਹੁਤ ਧੰਨਵਾਦ, ਮਿਸਟਰ ਆਲੂਵਾਲੀਆ ਤੁਹਾਡਾ ਬਹੁਤ ਧੰਨਵਾਦ। ਅਸੀਂ ਸਵਾਲ ਕੀਤਾ ਸੀ ਕਿ ਇਹ ਐਕਸ਼ਨ ਇਲੈਕਸ਼ਨ ਸਟੰਟ ਹੈ, ਇਹ ਇਨਕੁਆਰੀ ਦੇ ਵਿੱਚ ਤੇ ਵਿਲ ਪਾਵਰ ਦੇ ਉੱਤੇ ਡਿਪੈਂਡ ਕਰਦਾ, ਪਰ ਪੋਲਿਟਿਕਸ ਹੈ ਉਹ ਪਰਸੈਪਸ਼ਨ ਤੇ ਚੱਲਦੀ ਆ, ਨੈਰੇਟਿਵ ਸੈੱਟ ਕਰਦੀ ਹੈ। ਪਰਸੈਪਸ਼ਨ ਤੇ ਨੈਰੇਟਿਵ ਤੁਹਾਡੇ ਅੱਗੇ ਰੱਖ ਦਿੱਤਾ, ਹੁਣ ਫੈਸਲਾ ਤੁਸੀਂ ਕਰਨਾ, ਤੁਸੀਂ ਕਿੱਧਰ ਜਾਣਾ। ਬਹੁਤ ਧੰਨਵਾਦ।